हिंदू नहीं, ਇਹਦਾ ਕੱਲਾ ਇਹ ਨਹੀਂ ਮਤਲਬ ਕਿ ਅਸੀਂ ਹਿੰਦੂ ਨਹੀਂ ਹੈਗੇ ਤੇ ਅਸੀਂ ਕੁਝ ਹੋਰ ਆ। ਅਸੀਂ ਹਿੰਦੂ ਵੀ ਨਹੀਂ, ਅਸੀਂ ਮੁਸਲਮਾਨ ਵੀ ਨਹੀਂ ਆ, ਅਸੀਂ ਕ੍ਰਿਸਚਨ ਵੀ ਨਹੀਂ ਆ, ਅਸੀਂ ਕੁਝ ਹੋਰ ਵੀ ਨਹੀਂ ਆ। ਅਸੀਂ ਇੱਕ ਅਲੱਗ, ਸਾਡੀ ਇੱਕ ਹੋਂਦ ਹੈ, ਅਸੀਂ ਅਲੱਗ ਧਰਮ ਆ, ਅਸੀਂ ਅਲੱਗ ਨਸਲ ਆ, ਅਸੀਂ ਅਲੱਗ ਕੌਮ ਆਪਣੇ ਆਪ ਦੇ ਵਿੱਚ। ਸਾਡੇ ਦੁਸ਼ਮਣ ਜਿਹੜੇ ਨੇ ਉਹ ਮੰਨ ਰਹੇ ਨੇ ਇਸ ਚੀਜ਼ ਨੂੰ ਕਿ ਜਿਹੜੇ ਸਿੱਖ ਨੇ ਨਾ ਉਹ ਅਵੇਸਲੇ ਹੋ ਗਏ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਇਹ ਸਿੱਖੀ ਦੀ ਰਹਿਤ ਹੈ ਉਹ ਬਹੁਤ ਔਖੀ ਹੈ, ਸੋ ਸਾਨੂੰ ਕੋਈ ਸੌਖਾ ਰਸਤਾ ਚਾਹੀਦਾ। ਇਹ ਡੇਰੇ ਸਾਨੂੰ ਇੱਕ ਚੀਜ਼ ਦਿੰਦੇ ਨੇ ਬਸ ਕਿ ਜੀ ਸੌਖਾ ਜਿਹਾ ਰਾਹ, ਤੁਹਾਨੂੰ ਕੇਸ ਰੱਖਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਤੁਹਾਨੂੰ ਨਿਤਨੇਮ ਦੀਆਂ ਬਾਣੀਆਂ ਕਰਨ ਦੀ ਲੋੜ ਨਹੀਂ, ਤੁਹਾਨੂੰ ਬਹੁਤਾ ਜ਼ਿਆਦਾ ਇਤਿਹਾਸ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਬਾਣੀ ਦੇ ਵਾਚਣ ਦੀ ਵੀ ਲੋੜ ਨਹੀਂ, ਬਸ ਜੀ ਚੰਗੇ ਇਨਸਾਨ ਬਣ ਜਾਓ। ਕਿਤੇ ਨਾ ਕਿਤੇ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਮਸਲਿਆਂ ਦੇ ਵਿੱਚ। ਅਸੀਂ ਕਹਿੰਦੇ ਨਾ ਰਾਜ ਨਾ ਚਾਹੋ ਮੁਕਤ ਨਾ ਚਾਹੋ। ਸਾਨੂੰ ਰਾਜ ਦੀ ਲਾਲਸਾ ਨਹੀਂ ਹੋਣੀ ਚਾਹੀਦੀ, ਇੱਛਾ ਨਹੀਂ ਹੋਣੀ ਚਾਹੀਦੀ। ਹਾਂ, ਰਾਜ ਸਾਡੀ ਮਜਬੂਰੀ ਹੈ, ਰਾਜ ਬਿਨਾ ਸਾਡਾ ਸਰੇਗਾ ਨਹੀਂ। क्यों राज बिना क्यों नहीं चलेगा? राज बिना न धर्म चले हैं, धर्म बिना सब गले मले हैं। साडा सरदा नहीं है, वो साडी एक अखलाकी तौर ते जिहड़ी है जिम्मेवारी भी है ते असीं ओहदे वल तुरना भी है। लेकिन ਇਹਦਾ मतलब ये नहीं है कि सानू कोई कुर्सी दी लालसा है या असीं कुर्सी अज तक जी कुर्सियां पिछे लड़ाइयां ਜਦੋਂ ਨਾਦਰ ਸ਼ਾਹ ਜਦੋਂ ਹਮਲਾ ਕਰਦਾ ਨਾ ਤੇ ਕੀ ਹੁੰਦਾ ਜੀ, ਉਦੋਂ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਪੁੱਛਦਾ ਹੈ ਕਿ ਮੈਂ ईरान तो चलिया ते मैं पठाना नूं मात पाई है, मैं मराठियां नूं मात पाई है, मैं दिल्ली दे तख्त ते काबज होया, मेरा किसी ने राह नहीं टक्या, मैनूं किसी ने रोकिया नहीं। लेकिन हुण जदों मैं वापस जाण लगा तां ਜਾਂਦੇ ਜਾਂਦੇ ਜਿਹੜੇ ਇਹ ਕੌਮ ਕੌਣ ਹੈ, ਇਹ ਬੰਦੇ ਕੌਣ ਨੇ ਜਿਹੜੇ ਘੋੜੇ ਦੀਆਂ ਕਾਠੀਆਂ ਤੇ ਘੋੜੇ ਦੀਆਂ ਜਿਹੜੀਆਂ ਜ਼ੀਨਾ ਉਹਦੇ ਉੱਤੇ ਇਹ ਆਉਂਦੇ ਨੇ ਤੇ ਇਹਨਾਂ ਦੇ ਕੋਲ ਚੱਜ ਦੇ ਕੱਪੜੇ ਨਹੀਂ, ਚੱਜ ਦੇ ਵਸਤਰ ਨਹੀਂ, ਚੱਜ ਦੇ ਸ਼ਸਤਰ ਨਹੀਂ ਤੇ ਇਹ ਮੇਰਾ ਸਭ ਕੁਝ ਲੁੱਟ ਪੱਟ ਕੇ ਲੈ ਕੇ ਜਾਂਦੇ ਨੇ। ਇਹ ਹੈ ਕੌਣ? ਆਪਣੇ ਤੋਂ ਇਲਾਵਾ ਹੋਰ ਬੜੀਆਂ ਕੌਮਾਂ ਹੋਈਆਂ ਜਿਨ੍ਹਾਂ ਨੂੰ ਨਸ਼ਿਆਂ ਦੇ ਵੱਲ ਲਗਾ ਦਿੱਤਾ ਗਿਆ। ਆਪਾਂ ਮੈਂ ਕੈਨੇਡਾ ਦੀ ਗੱਲ ਕਰਾਂ, ਮੈਂ ਕੈਨੇਡਾ ਦੇ ਵਿੱਚ ਰਹਿਣਾ, ਸੋ ਕੈਨੇਡਾ ਦਾ ਇਤਿਹਾਸ ਜਿਹੜਾ ਹੈ ਥੋੜਾ ਬਹੁਤਾ ਮੈਂ ਪੜ੍ਹਿਆ, ਜਿੰਨਾ ਸਿੱਖ ਇਤਿਹਾਸ ਪੜ੍ਹਿਆ ਉਹਨਾਂ ਨਹੀਂ ਪੜ੍ਹਿਆ। ਪਰ ਖੈਰ ਇੱਥੇ ਦੇ ਜਿਹੜੇ ਐਬੋਰੀਜਨਲਸ ਹੋਏ ਨੇ ਨਾ, ਜਿਹੜੇ ਇੰਡੀਜੀਨਸ ਪੀਪਲ ਕੈਨੇਡਾ ਦੇ, ਜਿਹੜੇ ਇੱਥੇ ਦੇ ਮੂਲ ਨਿਵਾਸੀ ਜਿਹਨਾਂ ਨੂੰ ਆਪਾਂ ਕਹਿ ਲਈਏ ਉਹ ਹੋਏ ਨੇ ਨਾ, ਉਹਨਾਂ ਨੂੰ ਵੀ ਨਸ਼ੇ ਫ੍ਰੀ ਦੇ ਵਿੱਚ ਦਿੱਤੇ ਗਏ। ਇਹਨਾਂ ਚੋਂ ਇੱਕ ਚੀਜ਼ ਤਾਂ ਜ਼ਾਹਰ ਹੋ ਜਾਂਦੀ ਹੈ ਕਿ ਨਸ਼ੇ ਦੇ ਕੇ ਇੱਕ ਕੌਮ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਨਸ਼ਿਆਂ 'ਚ ਲੱਗੇ ਰਹੋ ਤੇ ਜਿਹੜਾ ਤੁਸੀਂ ਸਵਾਲ ਨਾ ਕਰੋ, ਜਾਂ ਤੁਸੀਂ ਕਿਸੇ ਚੀਜ਼ ਦੀ ਮੰਗ ਨਾ ਰੱਖੋ, ਜਾਂ ਤੁਸੀਂ ਇਹ ਸਿਰ ਨਾ ਚੁੱਕੋ, ਜਾਂ ਇਹ ਪਛਾਣੋ ਨਾ ਕਿ ਤੁਸੀਂ ਕੌਣ ਹੁੰਦੇ ਹੋ, ਕਿ ਤੁਹਾਡਾ ਜਿਹੜੀ ਹੋਂਦ ਹੈ, ਤੁਹਾਡਾ ਅਸਤਿਤਵ, ਤੁਹਾਡਾ ਜਿਹੜਾ ਇੱਕ ਮੂਲ ਹੈ ਉਹ ਹੈ ਕੀ ਹੈ। ਸਾਨੂੰ ਇਸ ਚੀਜ਼ ਤੋਂ ਪਰੇ ਕੀਤਾ ਜਾ ਰਿਹਾ, ਤਾਂ ਸਾਨੂੰ ਨਸ਼ਿਆਂ ਦੇ ਨੇੜੇ ਕੀਤਾ ਜਾ ਰਿਹਾ। ਸਰਕਾਰ ਨੇ ਜਿਹੜਾ ਨਾ ਉਹ ਕਿਸੇ ਨੂੰ ਦਬਾਉਣਾ ਹੁੰਦਾ ਹੈ, ਉੱਥੇ ਦੀ ਜਿਹੜੀ ਭਾਸ਼ਾ ਹੈ, ਉੱਥੇ ਦਾ ਜਿਹੜਾ ਕਲਚਰ ਹੈ, ਉੱਥੇ ਦਾ ਜਿਹੜਾ ਇੱਕ ਮੂਲ ਤੌਰ ਤੇ ਜਿਹੜੇ ਉਹਨਾਂ ਲੋਕਾਂ ਦੀ ਹੋਂਦ ਹੁੰਦੀ ਹੈ ਨਾ, ਉਹਨੂੰ ਮਿਟਾਇਆ ਜਾਂਦਾ ਹੈ। ਗੋਰਿਆਂ ਨੇ ਜ਼ੋਰ ਲਾ ਲਿਆ, ਵਿਲੀਅਮ ਲੀਟਨਰ ਨੂੰ ਉਹਨਾਂ ਨੇ ਫਿਰ ਬੁਲਾਇਆ, ਜਿਹੜਾ ਕਿ ਬਹੁਤ ਵੱਡਾ ਇਤਿਹਾਸਕਾਰ ਹੋਇਆ। ਉਹਨੂੰ ਕਿਹਾ ਕਿ ਤੂੰ ਕਿੰਨਾ ਸਮਾਂ ਲਏਗਾ ਤੇ ਕਿੰਨੇ ਪੈਸੇ ਲਏਗਾ। ਆਹ ਜਿਹੜਾ ਪੰਜਾਬ ਹੈ ਨਾ, ਇਹਨੂੰ ਕਿਸੇ ਤਰ੍ਹਾਂ ਇਹਨਾਂ ਦੀ ਐਜੂਕੇਸ਼ਨ ਖਤਮ ਕਰਨੀ ਹੈ। ਉਹਨੇ ਕਿਹਾ ਕਿ ਜੀ ਮੈਂ ਪਹਿਲਾਂ ਤਾਂ ਦੇਖੂੰਗਾ। ਜਦੋਂ ਉਹਨੇ ਦੇਖਿਆ, ਵਾਚਿਆ, ਤੇ ਉਹ ਕਹਿੰਦਾ 50 ਸਾਲ ਲੱਗਣਗੇ ਮੈਨੂੰ, ਇੰਨੇ ਮੈਂ ਪੈਸੇ ਲਊਂਗਾ। ਉਹ ਕਹਿੰਦੇ ਜੀ ਠੀਕ ਹੈ। ਉਹਨੇ ਫਿਰ 33 ਸਾਲਾਂ 'ਚ ਉਹ ਚੀਜ਼ ਕਰ ਦਿਖਾਈ ਜਿਹੜੀ ਉਹ 50 ਸਾਲ ਦਾ ਉਹਨੇ ਸਮਾਂ ਮੰਗਿਆ ਸੀਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਬਲੋਪਰ। ਗੱਲਬਾਤ ਕਰਾਂਗੇ ਅੱਜ ਸਿੱਖ ਧਰਮ ਦੇ ਕੁਝ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਬੜੇ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਸਾਡੇ ਨਾਲ ਨੇ ਕੈਨੇਡਾ ਤੋਂ ਪ੍ਰਭ ਸਿਮਰ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਪ੍ਰਭ ਸਿਮਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ। ਪ੍ਰਭ ਸਿਮਰ ਜੀ, ਜੇਕਰ ਗੱਲਬਾਤ ਕਰੀਏ ਸਿੱਖ ਧਰਮ ਦੀ, ਤਾਂ ਸਿੱਖ ਧਰਮ ਨੂੰ ਵੱਖਰੀ ਹੋਂਦ ਜਿਹੜੀ ਕਹਿੰਦੇ ਵੱਖਰਾ ਜਿਹੜੀ ਪਹਿਚਾਣ ਹੈ ਉਹ ਮੰਨਣ ਤੋਂ ਕੁਝ ਲੋਕਾਂ ਦੇ ਵੱਲੋਂ ਵਿਵਾਦ ਕੀਤਾ ਜਾਂਦਾ। ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੀ ਸਿੱਖ ਇੱਕ ਵੱਖਰੀ ਕੌਮ ਹੈ ਜੀ? ਦੇਖੋ ਭਾਈ ਸਾਹਿਬ ਜੀ, ਜਦੋਂ ਵੀ ਇਹ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਨਾ, ਹਮੇਸ਼ਾ ਮੈਂ ਇੱਕ ਗੱਲ ਸੋਚਦਾ ਕਿ ਸਿੱਖ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਸਮਝਦੇ ਨੇ। ਕਿਸੇ ਹੋਰ ਦੇ ਉੱਤੇ ਜਿਹੜਾ ਹਾਸ਼ਾ, ਕਿਸੇ ਹੋਰ ਦੇ ਉੱਤੇ ਸਵਾਲ ਤਾਂ ਹੁੰਦਾ ਜਦੋਂ ਅਸੀਂ ਆਪਣੇ ਆਪ ਤੇ ਪੂਰੇ ਆਪਣੇ ਆਪ 'ਚ ਪਰਪੱਕ ਹੋਈਏ। ਹੁਣ ਮੈਂ ਆਪ ਜੀ ਨਾਲ ਇੱਕ ਸਵਾਲ ਕਰਦਾ ਕਿ ਚਾਈਨਾ ਨੂੰ ਚਾਈਨਾ ਮੰਨਣ ਤੋਂ ਕਿਸੇ ਨੇ ਇਨਕਾਰ ਕੀਤਾ, ਕਿ ਅਮਰੀਕਾ ਨੂੰ ਅਮਰੀਕਾ ਮੰਨਣ ਤੋਂ ਕੋਈ ਇਨਕਾਰ ਕਰਦਾ, ਜਾਂ ਕੋਈ ਹਿੰਦੂ ਨੂੰ ਹਿੰਦੂ ਮੰਨਣ ਤੋਂ, ਜਾਂ ਕ੍ਰਿਸਚਨ ਨੂੰ ਕ੍ਰਿਸਚਨ ਮੰਨਣ ਤੋਂ ਕੋਈ ਇਨਕਾਰ ਕਰਦਾ ਹੈ। ਸੋ ਸਿੱਖ ਆਪਣੇ ਆਪ ਨੂੰ ਜੇ ਸਿੱਖ ਸਮਝਦਾ ਹੈ, ਪਹਿਲਾਂ ਆਪਾਂ ਗੁਰੂ ਪਾਤਸ਼ਾਹ ਜੀ ਕੋਲੋਂ ਪੁੱਛਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਜਿਹੜੇ ਆ ਉਹ ਸਿੱਖ ਦੀ ਡੈਫੀਨੇਸ਼ਨ ਕੀ ਦਿੰਦੇ ਆ। ਵੀ ਆਪਾਂ ਜਦੋਂ ਰਹਿਤ ਦੀ ਗੱਲ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਕਹਿੰਦੇ ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾ ਖਾਵੇ। ਇਹ ਰਹਿਤ ਦੀ ਉਹਨਾਂ ਨੇ ਡੈਫੀਨੇਸ਼ਨ ਦੇਤੀ ਹੈ। ਤੇ ਰਹਿਤ ਸ਼ੁਰੂ ਕਿੱਥੋਂ ਹੁੰਦੀ ਹੈ ਜੀ? ਰਹਿਤ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ। ਸੋ ਜਦੋਂ ਅਸੀਂ ਆਪਣੇ ਆਪ ਨੂੰ ਸਿੱਖ ਮੰਨਣਾ ਸ਼ੁਰੂ ਕਰ ਦੇਵਾਂਗੇ, ਅੱਜ ਅਸੀਂ ਵੰਡੇ ਹੋਏ ਹਾਂ,
ਬਹੁਤ ਸਾਰੇ ਸਾਡੇ ਧੜੇ ਬਣੇ ਹੋਏ ਆ, ਬਹੁਤ ਸਾਰੀਆਂ ਸਾਡੀਆਂ ਜਥੇਬੰਦੀਆਂ ਬਣੀਆਂ ਹੋਈਆਂ। ਅਸੀਂ ਆਪਣੇ ਆਪ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਜਦੋਂ ਤੱਕ ਨਹੀਂ ਦੇਖਦੇ, ਉਦੋਂ ਤੱਕ ਦੇਖੋ, ਇੱਕ ਹੁੰਦਾ ਜੀ ਆਕਾ ਤੇ ਇੱਕ ਹੁੰਦਾ ਆਕੀ। ਅਸੀਂ ਦੋਵਾਂ ਤੋਂ ਡੈਫੀਨੇਸ਼ਨ ਜਦੋਂ ਲੈ ਲੈਂਦੇ ਹਾਂ, ਗੁਰੂ ਪਾਤਸ਼ਾਹ ਜੀ ਸਾਨੂੰ ਇੰਨਾ ਮਾਣ ਬਖਸ਼ਦੇ ਆ, ਤੇ ਗੁਰੂ ਪਾਤਸ਼ਾਹ ਜੀ ਖਾਲਸਾ ਮਹਿਮਾ ਬਾਣੀ ਦੇ ਵਿੱਚ ਸਾਨੂੰ ਦੱਸਦੇ ਆ ਕਿ ਜੁੱਧ ਜਿੱਤੇ ਇन्हीं ਕੀ ਪ੍ਰਸਾਦ, इन्हीं की कृपा के सजे हम है नहीं, मोह से गरीब करोड़ परे। ਇਹਨਾਂ ਦੀ ਕਿਰਪਾ ਦੇ ਨਾਲ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਵੀ ਮੈਂ ਹੈਗਾ, ਨਹੀਂ ਤਾਂ ਮੇਰੇ ਤੋਂ ਹੋਰ ਪਰੇ ਤੋਂ ਪਰੇ ਗਰੀਬ ਪਏ ਨੇ। ਸੋ ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਅਸੀਂ ਉਸ ਡੈਫੀਨੇਸ਼ਨ ਦੇ ਉੱਤੇ ਖਰੇ ਉਤਰਦੇ ਹਾਂ। ਜਿਸ ਦਿਨ ਅਸੀਂ ਖਰੇ ਉਤਰਾਂਗੇ ਜੀ, ਸਾਨੂੰ ਕਿਸੇ ਹੋਰ ਕੌਮ ਕੋਲੋਂ ਇਹ ਕੋਈ ਕਹਿ ਲਓ ਵੀ ਤਸਦੀਕ ਨਹੀਂ ਕਰਾਉਣਾ ਪਊਗਾ ਕਿ ਅਸੀਂ ਇੱਕ ਵੱਖਰੀ ਕੌਮ ਹੈਗੇ ਆ ਕਿ ਨਹੀਂ ਹੈਗੇ, ਜਾਂ ਅਸੀਂ ਸਿੱਖ ਹੈਗੇ ਆ ਕਿ ਨਹੀਂ ਹੈਗੇ। ਅਸੀਂ ਆਪਣੇ ਆਪ ਨੂੰ ਜਦੋਂ ਸਿੱਖ ਸਮਝਾਂਗੇ, ਅਸੀਂ ਆਪਣੇ ਆਪ ਨੂੰ ਜਦੋਂ ਖਾਲਸਾ ਸਮਝਾਂਗੇ, ਤਾਂ ਦੁਨੀਆ ਵੀ ਸਮਝਣ ਲੱਗ ਜਾਏਗੀ ਜੀ। ਇੱਕ ਤਾਂ ਇਹ ਹੁੰਦਾ ਜੀ। ਦੂਜੀ ਗੱਲ ਇਹ ਹੁੰਦੀ ਹੈ, ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਪੁੱਛਿਆ ਕਿ ਚਾਈਨਾ ਨੂੰ ਚਾਈਨਾ ਕਹਿਣ ਤੇ ਕਿਸੇ ਨੂੰ ਕੋਈ ਗੁਰੇਜ਼ ਨਹੀਂ ਹੈ, ਅਮਰੀਕਾ ਨੂੰ ਅਮਰੀਕਾ ਕਹਿਣ ਤੇ ਕਿਸੇ ਨੂੰ ਕੋਈ ਗੁਰੇਜ਼ ਨਹੀਂ ਹੈ, ਇੰਡੀਆ ਨੂੰ ਇੰਡੀਆ ਕਹਿਣ ਤੇ, ਕੈਨੇਡਾ ਨੂੰ ਕੈਨੇਡਾ ਕਹਿਣ ਤੇ ਕਿਸੇ ਨੂੰ ਕੋਈ ਗੁਰੇਜ਼ ਨਹੀਂ ਹੈ। ਇਹਨਾਂ ਦੇ ਵਿੱਚ ਬੜੀਆਂ ਕੌਮਾਂ ਵਸਦੀਆਂ, ਕ੍ਰਿਸਚਨਸ ਹੈ ਨੇ, ਇਸਲਾਮਿਕ ਕੰਟਰੀਜ਼ ਅਲੱਗ-ਅਲੱਗ ਹੈ ਨੇ। ਸੋ ਇਹਨਾਂ ਦੇ ਵਿੱਚ ਆਹ ਸਵਾਲ ਨਹੀਂ ਹੈ ਕਿ ਉਹ ਇੱਕ ਅਲੱਗ ਕੌਮ ਹੈਗੇ ਨੇ ਕਿ ਨਹੀਂ ਹੈਗੇ, ਜਾਂ ਉਹਨਾਂ ਨੂੰ ਆਪਣਾ ਕੌਮ ਜਿਹੜਾ ਉਹ ਚਲਾਉਣ ਤੇ ਜਾਂ ਆਪਣਾ ਧਰਮ ਚਲਾਉਣ ਦੇ ਉੱਤੇ ਕੋਈ ਪਾਬੰਦੀ ਹੈ ਜਾਂ ਨਹੀਂ ਹੈ। ਇਹ ਉਹਨਾਂ 'ਚ ਸਵਾਲ ਨਹੀਂ ਹੈ। ਉਹਨਾਂ ਤੇ ਸਾਡੇ 'ਚ ਇੱਕੋ ਫਰਕ ਹੈ ਜੀ, ਉਹ ਹੈਗਾ ਜੀ ਰਾਜ ਦਾ। ਬਿਲਕੁਲ, ਰਾਜ ਬਿਨਾਂ ਨਹਿ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਜੇ ਸਾਡੇ ਕੋਲ ਰਾਜ ਜਿਹੜਾ ਉਹ ਨਹੀਂ ਹੁੰਦਾ, ਜਦੋਂ ਤੱਕ ਅਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਪਹਿਲਾਂ ਤਾਂ ਖਾਲਸਾ ਸਮਝੀਏ, ਜਿਸ ਦਿਨ ਅਸੀਂ ਆਪਣੇ ਆਪ 'ਚ ਖਾਲਸਾ ਬਣ ਗਏ, ਅਸੀਂ ਆਪਣੇ ਆਪ ਨੂੰ ਖਾਲਸਾ ਸਮਝਣ ਲੱਗ ਗਏ, ਉਸੇ ਦਿਨ ਤੋਂ ਹੀ ਸਾਡਾ ਰਾਜ ਹੋ ਜਾਏਗਾ ਜੀ। ਤੇ ਜੇ ਸਾਡਾ ਰਾਜ ਹੋ ਜਾਂਦਾ ਹੈ, ਤਾਂ ਫਿਰ ਅਸੀਂ ਇਹ ਜਿਹੜੀ ਚੀਜ਼ ਹੈ ਨਾ ਕਿ ਆਪਣਾ ਰਾਜ ਹੋਣਾ, ਰਾਜ ਕੱਲਾ ਇੱਕ ਇਲਾਕੇ ਦਾ ਰਾਜ ਨਹੀਂ ਹੁੰਦਾ ਜੀ। ਕੱਲਾ ਉਹਦੇ ਨਾਲ ਇੱਕ ਕੋਈ ਜੀਓਗ੍ਰਾਫਿਕਲ ਏਰੀਆ ਜੁੜ ਜਾਵੇ ਤੇ ਜਿਹੜੀ ਕੌਮ ਹੈ ਉਹ ਨਿਘਾਰ ਵੱਲ ਜਾਂਦੀ ਰਵੇ, ਤੇ ਉਹਦੇ ਨਾਲ ਕੋਈ ਰਾਜ ਨਹੀਂ ਹੋਏਗਾ। ਰਾਜ ਸਭ ਤੋਂ ਪਹਿਲਾਂ ਸਾਨੂੰ, ਰਾਜ ਤਾਂ ਜੀ ਅਸੀਂ ਖਾਲਸੇ ਰਾਜ ਦੀ ਗੱਲ ਕਰਦੇ ਨਾ, ਸੋ ਖਾਲਸਾ ਰਾਜ ਸਾਡੇ ਕੋਲ ਇਤਿਹਾਸ ਦੇ ਵਿੱਚ ਹੋਇਆ, ਸਾਡੇ ਕੋਲ ਇਹਦੇ ਪ੍ਰਮਾਣ ਹੈਗੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਤੇ ਹੋਇਆ। ਜਥੇਦਾਰ ਆਪਣੇ, ਜਦੋਂ ਅਸੀਂ ਆਪਣੇ ਪੁਰਾਤਨ ਸਿੰਘਾਂ ਦੀ ਗੱਲ ਕਰਦੇ ਨਾ, ਉਹ 'ਚ ਜੱਸਾ ਸਿੰਘ ਆਹਲੂਵਾਲੀਆ ਦਾ, ਜੱਸਾ ਸਿੰਘ ਰਾਮਗੜੀਆ ਦਾ, ਬਘੇਲ ਸਿੰਘ ਦਾ ਨਾਮ ਆਉਂਦਾ ਹੈ, ਚੜ੍ਹਤ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ ਉਹਨਾਂ ਦਾ ਨਾਮ ਆਉਂਦਾ, ਮਹਾ ਸਿੰਘ ਦਾ ਨਾਮ ਆਉਂਦਾ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕੌਣ ਨਹੀਂ ਜਾਣਦਾ। ਉਦੋਂ ਕਿਸੇ ਨੇ ਇਹ ਪ੍ਰੋਬਲਮ, ਕਿਸੇ ਨੇ ਇਹ ਕਿੰਤੂ ਕੀਤਾ ਸੀਗਾ ਕਿ ਕੀ ਸਿੱਖ ਵੱਖਰੀ ਕੌਮ ਹੈ ਕਿ ਨਹੀਂ ਹੈ। ਇਹ ਸਵਾਲ ਅੱਜ ਹੁੰਦਾ ਹੈ, ਉਦੋਂ ਤਾਂ ਨਹੀਂ ਸੀਗਾ ਨਾ। ਸੋ ਇਹਦੇ ਤੋਂ ਅਸੀਂ, ਇਹ ਮੇਰੇ ਹਿਸਾਬ ਨਾਲ ਤਾਂ ਬਹੁਤ ਚੰਗੀ ਤਰ੍ਹਾਂ ਜ਼ਾਹਰ ਹੈ ਕਿ ਅਸੀਂ ਆਪਣੇ ਆਪ 'ਚ ਪਹਿਲਾਂ ਜਿਹੜੇ ਉਹ ਪੂਰੇ ਉਤਰ ਜਾਈਏ, ਗੁਰੂ ਸਾਹਿਬ ਦੀ ਡੈਫੀਨੇਸ਼ਨ ਦੇ ਅਕੋਰਡਿੰਗਲੀ ਅਸੀਂ ਸਿੱਖ ਬਣ ਜਾਈਏ ਤੇ ਅਸੀਂ ਖਾਲਸੇ ਬਣ ਜਾਈਏ। ਫਿਰ ਸਾਨੂੰ ਕਿਸੇ ਕੋਲ ਕੁਝ ਮੰਗਣਾ ਨਹੀਂ ਪਏਗਾ ਜੀ, ਤੇ ਨਾ ਇਹ ਸਵਾਲ ਰਹੇਗਾ ਕਿ ਅਸੀਂ ਵੱਖਰੀ ਕੌਮ। ਜੀ, ਜਦੋਂ 1900 ਸਦੀ ਤੋਂ ਪਹਿਲਾਂ ਜਦੋਂ ਗੱਲ ਹੋਈ ਸੀ, ਤਾਂ ਭਾਈ ਕਾਹਨ ਸਿੰਘ ਨਾਭਾ ਦੇ ਹੋਰਾਂ ਦੀ ਇੱਕ ਕਿਤਾਬ ਵੀ ਆਉਂਦੀ ਹੈ, ਹਮ ਹਿੰਦੂ ਨਹੀਂ। ਉਹਦੇ ਵਿੱਚ ਵੀ ਬਹੁਤ ਕੁਝ ਜ਼ਿਕਰ ਕੀਤਾ ਜਾਂਦਾ ਇਸ ਚੀਜ਼ ਦਾ ਜੀ। ਬਿਲਕੁਲ ਜੀ, ਬਿਲਕੁਲ। ਉਹਦੇ ਤੇ ਦੇਖੋ, ਜਿਹੜੀ ਹਮ ਹਿੰਦੂ ਨਹੀਂ ਕਿਤਾਬ ਭਾਈ ਕਾਹਨ ਸਿੰਘ ਨਾਭਾ ਜੀ ਦੀ ਹੈ ਨਾ, ਭਾਈ ਕਾਹਨ ਸਿੰਘ ਨਾਭਾ ਜੀ ਦੀ ਬਹੁਤ ਦੇਣ ਹੈ ਸਾਨੂੰ, ਸਾਡੀ ਕੌਮ ਨੂੰ, ਬਹੁਤ ਵੱਡੀ। ਉਹਨਾਂ ਨੇ ਇੱਕ ਮਹਾਨ ਕੋਸ਼ ਲਿਖਿਆ, ਜਿਹੜਾ ਗੁਰਸ਼ਬਦ ਰਤਨਾਕਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਦੋਂ ਅਸੀਂ ਉਹਨੂੰ ਵਾਚਦੇ ਹਾਂ ਨਾ, ਉਹਦੇ ਵਿੱਚ ਸਿੱਖ ਦੀ ਡੈਫੀਨੇਸ਼ਨ, ਖਾਲਸੇ ਦੀ ਡੈਫੀਨੇਸ਼ਨ, ਗੁਰਦੁਆਰੇ ਦੀ ਡੈਫੀਨੇਸ਼ਨ, ਇਹ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਪੂਰਾ ਕਰ ਲਈਏ ਨਾ, ਤੇ ਇਹ ਤੁਹਾਡਾ ਪਹਿਲੇ ਸਵਾਲ ਦਾ ਜਿਹੜਾ ਉੱਤਰ ਹੈ ਇਹਦੇ ਵਿੱਚੋਂ ਵੀ ਨਿਕਲ ਆਉਂਦਾ। ਹਮ ਹਿੰਦੂ ਨਹੀਂ, ਇਹਦਾ ਇਕੱਲਾ ਇਹ ਨਹੀਂ ਮਤਲਬ ਕਿ ਅਸੀਂ ਹਿੰਦੂ ਨਹੀਂ ਹੈਗੇ ਤੇ ਅਸੀਂ ਕੁਝ ਹੋਰ ਆ। ਅਸੀਂ ਹਿੰਦੂ ਵੀ ਨਹੀਂ ਆ, ਅਸੀਂ ਮੁਸਲਮਾਨ ਵੀ ਨਹੀਂ ਆ, ਅਸੀਂ ਕ੍ਰਿਸਚਨ ਵੀ ਨਹੀਂ ਆ, ਅਸੀਂ ਕੁਝ ਹੋਰ ਵੀ ਨਹੀਂ ਆ। ਅਸੀਂ ਇੱਕ ਅਲੱਗ, ਸਾਡੀ ਇੱਕ ਹੋਂਦ ਹੈ, ਅਸੀਂ ਅਲੱਗ ਧਰਮ ਆ, ਅਸੀਂ ਅਲੱਗ ਨਸਲ ਆ, ਅਸੀਂ ਅਲੱਗ ਕੌਮ ਆ ਆਪਣੇ ਆਪ ਦੇ ਵਿੱਚ। ਸਾਡੇ ਦੁਸ਼ਮਣ ਜਿਹੜੇ ਨੇ ਉਹ ਮੰਨ ਰਹੇ ਨੇ ਇਸ ਚੀਜ਼ ਨੂੰ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇੱਕ ਹੋਰ ਚੀਜ਼ ਦਾ ਜਿਹੜਾ ਜ਼ਿਕਰ ਕੀਤਾ, ਇਸ ਚੀਜ਼ ਦਾ ਜ਼ਿਕਰ ਖੈਰ ਸੋਹਣ ਸਿੰਘ ਸੀਤਲ ਨੇ ਵੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਆਪਣੀਆਂ ਕਿਤਾਬਾਂ ਦੇ ਵਿੱਚ ਕੀਤਾ ਹੈ। ਗੰਡਾ ਸਿੰਘ ਨੇ, ਡਾਕਟਰ ਗੰਡਾ ਸਿੰਘ ਨੇ ਫਾਰਸੀ ਦੇ ਉਤਾਰੇ ਜਿਹੜੇ ਕੀਤੇ ਆ, ਉਹਦੇ ਵਿੱਚ ਵੀ ਇਹ ਚੀਜ਼ ਆਉਂਦੀ ਹੈ। ਜਦੋਂ ਨਾਦਰ ਸ਼ਾਹ ਹਮਲਾ ਕਰਦਾ ਹੈ, 1839 ਦੀ ਗੱਲ ਹੈ, ਜਦੋਂ ਨਾਦਰ ਸ਼ਾਹ ਜਦੋਂ ਹਮਲਾ ਕਰਦਾ ਨਾ, ਤੇ ਕੀ ਹੁੰਦਾ ਜੀ, ਉਦੋਂ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਪੁੱਛਦਾ ਹੈ ਕਿ ਮੈਂ ਈਰਾਨ ਤੋਂ ਚੱਲਿਆ ਤੇ ਮੈਂ ਪਠਾਣਾ ਨੂੰ ਮਾਤ ਪਾਈ ਹੈ, ਮੈਂ ਮਰਹਟਿਆਂ ਨੂੰ ਮਾਤ ਪਾਈ ਹੈ, ਮੈਂ ਦਿੱਲੀ ਦੇ ਤਖਤ ਤੇ ਕਾਬਜ਼ ਹੋਇਆ, ਮੇਰਾ ਕਿਸੇ ਨੇ ਰਾਹ ਨਹੀਂ ਡੱਕਿਆ, ਮੈਨੂੰ ਕਿਸੇ ਨੇ ਰੋਕਿਆ ਨਹੀਂ। ਲੇਕਿਨ ਹੁਣ ਜਦੋਂ ਮੈਂ ਵਾਪਸ ਜਾਣ ਲੱਗਾ, ਤਾਂ ਜਾਂਦੇ ਜਾਂਦੇ ਜਿਹੜੇ ਇਹ ਕੌਮ ਕੌਣ ਹੈ, ਇਹ ਬੰਦੇ ਕੌਣ ਨੇ ਜਿਹੜੇ ਘੋੜੇ ਦੀਆਂ ਕਾਠੀਆਂ ਤੇ, ਘੋੜੇ ਦੀਆਂ ਜਿਹੜੀਆਂ ਜ਼ੀਨਾਂ ਉਹਦੇ ਉੱਤੇ ਇਹ ਆਉਂਦੇ ਨੇ, ਤੇ ਇਹਨਾਂ ਦੇ ਕੋਲ ਚੱਜ ਦੇ ਕੱਪੜੇ ਨਹੀਂ, ਚੱਜ ਦੇ ਵਸਤਰ ਨਹੀਂ, ਚੱਜ ਦੇ ਸ਼ਸਤਰ ਨਹੀਂ, ਤੇ ਇਹ ਮੇਰਾ ਸਭ ਕੁਝ ਲੁੱਟ ਪੱਟ ਕੇ ਲੈ ਕੇ ਜਾਂਦੇ ਨੇ। ਇਹ ਹੈ ਕੌਣ ਨੇ? ਉਸ ਸਮੇਂ ਦੇ ਵਿੱਚ ਜੀ, ਜਦੋਂ
ਅਹਿਮਦ ਸ਼ਾਹ ਸੌਰੀ ਆਪਣਾ ਜ਼ਕਰੀਆ ਖਾਨ ਹੈ ਨਾ ਜਿਹੜਾ, ਇਹਨੇ ਜਦੋਂ ਜਵਾਬ ਦਿੱਤਾ ਕਿ ਇਹ ਸਿੱਖ ਹੁੰਦੇ ਨੇ ਜੀ, ਇਹ ਆਪਣੇ ਇਹਨਾਂ ਦਾ ਆਹ ਰਹਿਬਰ ਹੈ, ਇਹਨਾਂ ਇਸ ਚੀਜ਼ ਨੂੰ ਮੰਨਦੇ ਨੇ, ਇਹ ਜਦੋਂ ਉਹਨੇ ਡਿਫਾਈਨ ਕੀਤਾ ਨਾ ਸਿੱਖਾਂ ਨੂੰ ਜੀ, ਤਾਂ ਨਾਦਰ ਸ਼ਾਹ ਨੇ ਇੱਕ ਗੱਲ ਕਹੀ ਸੀ ਜੀ, ਅਜ਼ੀ ਕੌਮ ਬੂ ਬਾਦਸ਼ਾਹੀ ਹੈ ਆਮਦ। ਫਾਰਸੀ ਦੇ ਵਿੱਚ ਜਿਹੜਾ ਇਹਦਾ ਅਰਥ ਹੈ, ਜਿਹੜਾ ਪੰਜਾਬੀ ਦੇ ਵਿੱਚ ਆਪਾਂ ਕਰੀਏ ਤਾਂ ਇਹਦਾ ਮਤਲਬ ਹੈ ਕਿ ਫੇਰ ਇਸ ਕੌਮ ਦੇ ਵਿੱਚੋਂ ਬਾਦਸ਼ਾਹੀਅਤ ਦੀ ਬੂ ਆਉਂਦੀ ਹੈ। ਸਾਡਾ ਦੁਸ਼ਮਣ ਸਾਨੂੰ ਕੌਮ ਸਮਝ ਰਿਹਾ ਸੀਗਾ ਉਦੋਂ ਵੀ, ਜਦੋਂ ਸਾਡੇ ਕੋਲ ਨਾ ਮੁਲਕ ਸੀ, ਨਾ ਤਖਤ ਸੀ, ਨਾ ਰਾਜ ਸੀ, ਨਾ ਸਾਡੇ ਕੋਲ ਕੋਈ ਇੰਨੀ ਜ਼ਿਆਦਾ ਮਾਨਤਾ ਸੀਗੀ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਹੈਗੀ ਹੈ। ਅਸੀਂ ਅਲੱਗ-ਅਲੱਗ ਮੁਲਕਾਂ ਦੇ ਵਿੱਚ ਬੈਠੇ ਹਾਂ, ਅਸੀਂ ਆਪਣੇ ਜੇ ਕਹਿ ਲਈਏ ਵੀ ਅਸੀਂ ਹਰ ਪੱਖੋਂ ਚੰਗੇ ਆ ਉਸ ਸਮੇਂ ਦੇ ਨਾਲ ਜੇ ਕੰਪੇਅਰ ਕਰਕੇ ਦੇਖੀ, ਸਿਰਫ ਇੱਕ ਪੱਖ ਤੋਂ ਅਸੀਂ ਜਿਹੜੇ ਆ ਉਹ ਹੀਣੇ ਹੋ ਗਏ ਆ, ਉਹ ਹੈਗੀ ਜੀ ਸਾਡੀ ਮਰਿਆਦਾ। ਸੋ ਸਾਡਾ ਦੁਸ਼ਮਣ ਇਹ ਸਾਨੂੰ ਕੌਮ ਵੀ ਮੰਨ ਰਿਹਾ, ਉਹ ਇਹ ਵੀ ਮੰਨ ਰਿਹਾ ਕਿ ਸਾਡਾ ਜੇ ਸਾਡੇ ਚੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਤੇ ਇਹ ਜੀ ਅਸੀਂ ਆਪਣੇ ਆਕੀ ਤੋਂ ਤੇ ਅਸੀਂ ਆਪਣੇ ਆਕਾ ਤੋਂ, ਦੋਵਾਂ ਤੋਂ ਜੇ ਅਸੀਂ ਪੁੱਛ ਕੇ ਦੇਖੀਏ ਤੇ ਦੋਵਾਂ ਸਵਾਲਾਂ ਦੇ ਆਪ ਜੀ ਦੇ ਉੱਤਰ ਜਿਹੜੇ ਨੇ ਉਹ ਆ ਜਾਂਦੇ ਨੇ ਇਹਦੇ 'ਚ। ਬਿਲਕੁਲ ਜੀ। ਤੇ ਪ੍ਰਭਸਿਮਰ ਜੀ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੇਕਰ ਸਿੱਖੀ ਦੀ ਗੱਲ ਕਰੀਏ ਤਾਂ ਸਿੱਖੀ ਦੇ ਵਿੱਚ ਡੇਰਾਵਾਦ ਦਾ ਬੜਾ ਪ੍ਰਭਾਵ ਰਿਹਾ। ਕਿਤੇ ਨਾ ਕਿਤੇ ਸਿੱਖੀ ਦੇ ਸਿਧਾਂਤਾਂ ਦਾ ਵੀ ਘਾਣ ਵੇਖਣ ਨੂੰ ਮਿਲਿਆ। ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜੋ ਦਿਨ ਪਰ ਦਿਨ ਡੇਰਾਵਾਦ ਵੱਧਦਾ ਜਾ ਰਿਹਾ ਜੀ, ਕਾਰਨ ਕੀ ਨੇ ਇਹਦੇ? ਦੇਖੋ ਜੀ, ਡੇਰਾਵਾਦ ਅੱਜ ਦਾ ਨਹੀਂ ਹੈ, ਇਹ ਡੇਰਾਵਾਦ ਬਹੁਤ ਚਿਰਾਂ ਦਾ ਹੈ। ਇਹਦਾ ਇੱਕ ਸੌਖਾ ਜਿਹਾ ਜਿਹੜਾ ਮੇਰੇ ਅਨੁਸਾਰ, ਮੈਂ ਆਪਣੀ ਛੋਟੀ ਮੱਤ ਦੇ ਅਨੁਸਾਰ ਜੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਨਾ ਉਹ ਅਵੇਸਲੇ ਹੋ ਗਏ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਇਹ ਸਿੱਖੀ ਦੀ ਰਹਿਤ ਹੈ ਉਹ ਬਹੁਤ ਔਖੀ ਹੈ, ਸੋ ਸਾਨੂੰ ਕੋਈ ਸੌਖਾ ਰਸਤਾ ਚਾਹੀਦਾ। ਹੁਣ ਆਪਾਂ ਸਟੂਡੈਂਟ ਜਿਹੜਾ ਹੁੰਦਾ ਨਾ ਜੀ, ਜੇ ਆਪਾਂ ਕਲਾਸ ਦੀ ਗੱਲ ਕਰੀਏ, ਕਲਾਸਰੂਮ ਦੇ ਵਿੱਚ ਇੱਕ ਟੀਚਰ ਹੈ, ਉਹ ਟੀਚਰ ਸਹੀ ਚੀਜ਼ ਸਿਖਾ ਰਿਹਾ ਆਪਣੇ ਬੱਚੇ ਨੂੰ, ਲੇਕਿਨ ਬੱਚਾ ਕਹਿੰਦਾ ਯਾਰ ਇਹ 10 ਨੰਬਰਾਂ ਦਾ ਕੁਐਸਚਨ ਹੈ, ਮੈਂ 10 'ਚ ਜੇ 5-6 ਵੀ ਲੈ ਲਵਾਂ ਤਾਂ ਠੀਕ ਹੈ, ਪਰ ਇਹ ਜਿਹੜੇ 10 'ਚੋਂ 10 ਲੈਣੇ ਮੇਰੇ ਲਈ ਔਖੇ, ਕਿਉਂਕਿ ਇੰਨਾ ਔਖਾ ਸਵਾਲ ਹੈ ਤੇ ਇਹਨੂੰ ਮੈਂ ਜਿੱਦਾਂ ਇਹ ਟੀਚਰ ਸਿਖਾ ਰਿਹਾ ਮੈਂ ਉਦਾਂ ਨਹੀਂ ਕਰਨਾ ਚਾਹੁੰਦਾ। ਇੱਕ ਹੋਰ ਟੀਚਰ ਆਉਂਦਾ ਜੀ, ਉਹ ਕਹਿੰਦਾ ਕਾਕਾ ਠੀਕ ਹੈ, ਫਿਰ ਤੂੰ ਪਾਸ ਹੋਣ ਜੋਗਾ ਜਿਹੜਾ ਤੇਰਾ, ਜਾਂ ਮੈਂ ਆਪਣੇ ਅਨੁਸਾਰ ਤੈਨੂੰ ਇਹਦਾ ਜਿਹੜਾ ਮਤਲਬ ਆ ਉਹ ਦੱਸ ਦਿੰਦਾ। ਉਹ ਫਿਰ ਇੱਕ ਸੌਖਾ ਜਿਹਾ ਰਾਹ ਜਿਹੜਾ ਹੈ ਉਹ ਦੱਸ ਦਿੰਦਾ ਕਿ ਤੂੰ ਆਹ ਰਾਹ ਇਖਤਿਆਰ ਕਰ ਲੈ ਤੇ ਤੇਰਾ ਸਰ ਜਾਊਗਾ। ਸੋ ਆਪ ਜੀ ਸੋਚ ਕੇ ਦੇਖੋ, ਕਿਤੇ ਨਾ ਕਿਤੇ ਜਿਹੜੇ ਡੇਰਾਵਾਦ ਜਾਂ ਡੇਰੇ ਜਿਹੜੇ ਇਹ ਆਏ ਨੇ, ਇੱਕ ਤਾਂ ਜੀ ਇਹ ਸਰਕਾਰਾਂ ਵੱਲੋਂ ਆਏ ਨੇ, ਬਿਲਕੁਲ। ਦੂਜੀ ਜਿਹੜੇ ਇਹ ਆਏ ਨੇ ਉਹ ਇਹ ਦੇਖ ਕੇ ਆਏ ਨੇ ਕਿ ਕਿਤੇ ਦਰਾੜਾਂ ਹੈਗੀਆਂ ਸਿੱਖ ਦੀ ਰਹਿਤ ਦੇ ਵਿੱਚ, ਜਿੱਥੇ ਦਰਾੜ ਹੋਏਗੀ ਉੱਥੇ ਫਿਰ ਇਹ ਡੇਰੇ ਜਿਹੜੇ ਆ ਕੇ ਵਸ ਜਾਂਦੇ ਨੇ। ਤੇ ਇਹ ਡੇਰੇ ਸਾਨੂੰ ਇੱਕ ਚੀਜ਼ ਦਿੰਦੇ ਨੇ ਬਸ ਕਿ ਜੀ ਸੌਖਾ ਜਿਹਾ ਰਾਹ, ਤੁਹਾਨੂੰ ਕੇਸ ਰੱਖਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਤੁਹਾਨੂੰ ਨਿਤਨੇਮ ਦੀਆਂ ਬਾਣੀਆਂ ਕਰਨ ਦੀ ਲੋੜ ਨਹੀਂ, ਤੁਹਾਨੂੰ ਬਹੁਤਾ ਜ਼ਿਆਦਾ ਇਤਿਹਾਸ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਬਾਣੀ ਦੇ ਵਾਚਣ ਦੀ ਵੀ ਲੋੜ ਨਹੀਂ, ਬਸ ਜੀ ਚੰਗੇ ਇਨਸਾਨ ਬਣ ਜਾਓ। ਸੋ ਚੰਗੇ ਇਨਸਾਨ ਦੀ ਜਿਹੜੀ ਡੈਫੀਨੇਸ਼ਨ ਹੈ ਜੀ ਉਹ ਮੈਨੂੰ ਸਮਝ ਨਹੀਂ ਆਉਂਦੀ, ਕਿਉਂਕਿ ਚੰਗੇ ਇਨਸਾਨ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲ ਜਾਂਦੀ ਹੈ, ਤੇ ਉਹੀ ਡੈਫੀਨੇਸ਼ਨ ਜੇ ਅਸੀਂ ਇਖਤਿਆਰ ਕਰਦੇ ਹਾਂ, ਲੇਕਿਨ ਉਹ ਸਾਨੂੰ ਔਖੀ ਲੱਗਦੀ ਹੈ। ਇਸ ਕਰਕੇ ਅਸੀਂ ਸੌਖਾ ਰਾਹ ਜਿਹੜਾ ਇਖਤਿਆਰ ਕਰਦੇ ਹਾਂ, ਉੱਥੇ ਫਿਰ ਕਿਤੇ ਨਾ ਕਿਤੇ ਜਿਹੜੇ ਡੇਰੇ ਰਾਹ 'ਚ ਖੜੇ ਹੁੰਦੇ ਤੇ ਸਾਨੂੰ ਕਦੀ ਅਸੀਂ ਇੱਧਰਲੇ ਪਾਸੇ ਚਲੇ ਜਾਂਦੇ ਹਾਂ, ਕਦੀ ਅਸੀਂ ਇੱਧਰਲੇ ਪਾਸੇ ਚਲੇ ਜਾਂਦੇ ਹਾਂ। ਬੜੇ ਸਿੰਘ ਬੜੇ ਬੰਦੇ ਮੈਨੂੰ ਏਦਾਂ ਦੇ ਜਾਣਦੇ ਨੇ ਜਿਹੜੇ ਅੱਜ ਤੋਂ 4-5 ਸਾਲ ਪਹਿਲਾਂ ਕਿਸੇ ਹੋਰ ਡੇਰੇ ਨਾਲ ਸੀ, ਫਿਰ ਉਹ 2 ਸਾਲ ਪਹਿਲਾਂ ਕਿਸੇ ਹੋਰ ਨਾਲ ਚਲੇ ਗਏ, ਫਿਰ ਉਹ ਕਿਸੇ ਹੋਰ ਨਾਲ ਆ ਗਏ, ਤੇ ਹਰ ਵਾਰੀ ਉਹਨਾਂ ਨੂੰ ਜਦੋਂ ਕਹਿੰਦੇ ਆ ਵੀ ਯਾਰ ਤੁਸੀਂ ਆਪਣਾ ਜਿਹੜਾ ਇੱਕ ਮੂਲ ਹੈ ਉਸ ਮੂਲ ਵੱਲ ਜੇ ਤੁਸੀਂ ਵਾਪਸ ਚਲੇ ਜਾਓ ਤਾਂ ਤੁਸੀਂ ਸੌਖੇ ਰਹੋਗੇ। ਹਾਂ, ਤੁਹਾਨੂੰ ਰਾਹ ਜ਼ਰੂਰ ਔਖਾ ਲੱਗੇਗਾ, ਲੇਕਿਨ ਜਿਹੜੀ ਮੰਜ਼ਿਲ ਹੈ ਉਹ ਜਿਹੜੀ ਆ ਬਹੁਤ ਸੁਖੱਲੀ ਹੋਵੇਗੀ, ਸੁਖਾਵੀ ਹੋਵੇਗੀ। ਤੇ ਪਰ ਇਹਦੇ ਵਾਸਤੇ ਅਸੀਂ ਜੀ ਲੱਗਦਾ ਹੈ ਕਿਤੇ ਨਾ ਕਿਤੇ ਸਾਡੇ ਆਪ 'ਚ ਹੀ ਕਮੀਆਂ ਨੇ, ਕਿਉਂਕਿ ਸਾਡੀ ਕੋਈ ਹੋਰ ਤਾਕਤ ਸਾਡਾ ਕੁਝ ਨਹੀਂ ਵਿਗਾੜ ਸਕਦੀ। ਮੀਰ ਮਨੂ ਸਾਡਾ ਕੁਝ ਨਹੀਂ ਵਿਗਾੜ ਸਕਿਆ ਜੀ, ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਗੜ ਸਾਡਾ ਕੁਝ ਨਹੀਂ ਵਿਗਾੜ ਸਕਿਆ, ਨਾਦਰ ਸ਼ਾਹ ਸਾਡਾ ਕੁਝ ਨਹੀਂ ਵਿਗਾੜ ਸਕਿਆ, ਤੇ ਫਿਰ ਇਹ ਜਿਹੜੇ ਡੇਰੇ ਹੈ ਇਹ ਸਾਡਾ ਕੀ ਵਿਗਾੜ ਲੈਣਗੇ ਜੇ ਅਸੀਂ ਆਪ ਪੱਕੇ ਹੋਵਾਂਗੇ। ਕਿਤੇ ਨਾ ਕਿਤੇ ਜਿਹੜੀ ਸਿੱਖ ਲੀਡਰਸ਼ਿਪ ਹੈ ਆਪਣੀ, ਕਿਤੇ ਨਾ ਜਿਹੜੇ ਪੁਰਾਣੀ ਲੀਡਰਸ਼ਿਪ ਸੀ, ਕਿਤੇ ਨਾ ਕਿਤੇ ਕਮਜ਼ੋਰੀਆਂ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਜੋ ਸਿੱਖ ਕੌਮ ਦੇ ਵਿੱਚ ਕੋਈ ਆਗੂ, ਹੁਣ ਸਿੱਖਾਂ ਦੇ ਵਿੱਚ ਵੰਡੀਆਂ ਬਹੁਤ ਪੈ ਚੁੱਕੀਆਂ ਨੇ, ਪਰ ਸਿੱਖਾਂ ਨੂੰ ਕੋਈ ਵੱਖਰਾ ਆਗੂ ਨਹੀਂ ਮਿਲ ਰਿਹਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੂੰ ਨੁਮਾਇੰਦਗੀ ਕਰਦੀ ਸੀ, ਉਹਦੇ ਤੇ ਸਵਾਲ ਖੜੇ ਹੁੰਦੇ ਨੇ। ਕਿਤੇ ਨਾ ਕਿਤੇ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਮਸਲਿਆਂ ਦੇ ਵਿੱਚ ਵੀ। ਦੇਖੋ ਜੀ, ਇੱਥੇ ਸਭ ਤੋਂ ਪਹਿਲਾਂ ਆਪਾਂ ਜੇ ਆਪਣੇ ਜ਼ਿਹਨ ਦੇ ਵਿੱਚ ਸੋਚੀਏ ਕਿ ਸਾਡੇ ਕੋਲ ਕੋਈ ਲੀਡਰ ਹੈ ਇਸ ਸਮੇਂ, ਸਿੱਖ ਕੌਮ ਦੇ ਕੋਲ ਕੀ ਲੀਡਰ ਹੈ, ਬੜੀ ਵਾਰ ਸਵਾਲ ਆਉਂਦਾ ਹੈ। ਅਸੀਂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁਖ ਹੋ ਕੇ, ਅਸੀਂ ਉਹਨਾਂ ਦੇ ਨਾਲ ਖੜੇ ਹੋ ਕੇ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਅਸੀਂ ਸਾਰਿਆਂ ਨੂੰ ਦੱਸਦੇ ਹਾਂ ਜੀ ਸਾਡੇ ਕੋਲ ਕੋਈ ਲੀਡਰ ਨਹੀਂ ਹੈ, ਸਾਡੇ ਕੋਲ ਕੋਈ ਲੀਡਰ ਨਹੀਂ ਹੈ।
ਤੇ ਜੇ ਅਸੀਂ ਦੇਖੀਏ ਨਾ, ਅਸੀਂ ਬਹੁਤ ਵੱਡੇ ਇਹ ਪਾਪ ਕਮਾਉਂਦੇ ਪਏ ਆ ਜਦੋਂ ਅਸੀਂ ਏਦਾਂ ਕਹਿੰਦੇ ਆ, ਕਿਉਂਕਿ ਸਾਡੇ ਕੋਲ ਉਹ ਲੀਡਰ ਹੈ ਜੋ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ ਹੈਗਾ। ਸਾਡੇ ਕੋਲ ਇੱਕ ਜਿਉਂਦਾ ਜਾਗਦਾ, ਸਾਡੇ ਕੋਲ ਜੇ ਅਸੀਂ ਉਹਨੂੰ ਸਵਾਲ ਕਰੀਏ ਤਾਂ ਅੱਗੋਂ ਜਵਾਬ ਦਿੰਦਾ ਹੁਕਮਨਾਮੇ ਸਾਹਿਬ ਦੇ ਰੂਪ ਦੇ ਵਿੱਚ। ਅਸੀਂ ਉਹਦੇ ਅੱਗੇ ਅਰਦਾਸ ਕਰ ਸਕਦੇ ਹਾਂ, ਉਹ ਸਾਡੀ ਅਰਦਾਸ ਸੁਣਦਾ ਹੈ। ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਉਹ ਸਾਡੀ ਅਰਦਾਸ ਕਦੀ ਵੀ ਅਣਸੁਣੀ ਨਹੀਂ ਕਰਦਾ। ਸਾਡੇ ਕੋਲ ਉਹ ਲੀਡਰ ਹੈ ਜੀ ਜੋ ਕਿਸੇ ਹੋਰ ਕੌਮ ਕੋਲ ਨਹੀਂ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਜਦੋਂ ਤੱਕ ਨਸੀਹਤ ਲੈਂਦੇ ਰਵਾਂਗੇ ਉਦੋਂ ਤੱਕ ਅਸੀਂ ਸਹੀ ਰਵਾਂਗੇ। ਜਦੋਂ ਤੱਕ ਅਸੀਂ ਇਹ ਲੈਣੀ ਛੱਡ ਦੇਵਾਂਗੇ ਉਦੋਂ ਫਿਰ ਅਸੀਂ ਭਟਕਾਂਗੇ। ਹੁਣ ਇਹਦਾ ਜੀ ਪੁਰਾਣੀ ਲੀਡਰਸ਼ਿਪ ਦੀ ਮੈਂ ਆਪ ਜੀ ਨਾਲ ਇੱਕ ਗੱਲ ਕਰਦਾ। ਜਦੋਂ ਦਿੱਲੀ ਦੇ ਤਖਤ ਤੇ, ਮੈਂ ਛੋਟਾ ਕਰਕੇ ਦੱਸਦਾ, ਦਿੱਲੀ ਦੇ ਤਖਤ ਤੇ ਜਦੋਂ ਨਾ ਅਸੀਂ ਸਿੱਖ ਕੌਮ ਹੈ ਜਿਹੜੀ ਉਹ ਕਾਬਜ ਹੋ ਜਾਂਦੀ ਹੈ, ਸ਼ਾਹ ਆਲਮ ਬਾਦਸ਼ਾਹ ਹੁੰਦਾ ਜਿਹੜਾ ਕਿ ਬੜਾ ਕਮਜ਼ੋਰ ਹੁੰਦਾ ਹੈ, ਮਰਹੱਟੇ ਉਹਦੇ ਤੇ ਜਿਹੜਾ ਕਬਜ਼ਾ ਕਰ ਲੈਂਦੇ ਨੇ। ਫਿਰ ਉਧਰੋਂ ਦੀ ਅੰਗਰੇਜ਼ ਅਫਸਰ ਆਫਟਰ ਲੋਨੀ ਜਿਹੜਾ ਉਹ ਆ ਜਾਂਦਾ ਹੈ, ਉਹਨੂੰ ਦੇਖ ਕੇ ਮਰਹੱਟੇ ਭੱਜ ਜਾਂਦੇ ਨੇ। ਫਿਰ ਜਿਹੜਾ ਇਹ ਸ਼ਾਹ ਆਲਮ ਹੈ, ਇਹ ਦਰਗੁਜ਼ਾਰਿਸ਼ ਜਿਹੜੀ ਹੈ ਉਹ ਸਿੱਖਾਂ ਦੇ ਅੱਗੇ ਕਰਦਾ ਹੈ, ਤੇ ਉਹ ਜਦੋਂ ਤੱਕ ਸਿੱਖਾਂ ਤੱਕ ਗੱਲ ਪਹੁੰਚਦੀ ਹੈ ਤੇ ਸਿੱਖ ਮੰਨ ਜਾਂਦੇ ਨੇ ਕਿ ਠੀਕ ਹੈ ਤੇਰੇ ਨਾਲ ਧੱਕਾ ਹੋ ਰਿਹਾ ਤੇ ਅਸੀਂ ਜਿਹੜੀ ਹੈ ਉਹ ਤੇਰੀ ਮਦਦ ਕਰਨ ਵਾਸਤੇ ਆ ਰਹੇ ਹਾਂ। 30,000 ਫੌਜ ਹੈ ਜਿਹੜੀ ਉਹਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਤੇ ਬਘੇਲ ਸਿੰਘ ਦੀ ਫੌਜ ਹੈ ਜਿਹੜੀ ਉਹ ਆਉਂਦੀ ਹੈ ਦਿੱਲੀ। ਇਹ ਤੁਸੀਂ ਜਾਣੂ ਹੋਵਾਂਗੇ ਸ਼ਾਇਦ ਇਤਿਹਾਸ ਦੇ ਵਿੱਚੋਂ, ਇਹਦੇ ਬਾਰੇ ਆਪਾਂ ਕਦੀ ਫੇਰ ਵਿਸਥਾਰ ਨਾਲ ਗੱਲ ਕਰਾਂਗੇ। ਪਰ ਮੈਂ ਜੇ ਥੋੜੇ ਲਫ਼ਜ਼ਾਂ ਵਿੱਚ ਆਪ ਜੀ ਨੂੰ ਦੱਸਾਂ ਕਿ ਆਪ ਜੀ ਨੂੰ ਪਤਾ ਹੋਵੇਗਾ ਬਘੇਲ ਸਿੰਘ ਨੇ ਤਖਤ ਨੂੰ ਲੱਤ ਮਾਰੀ ਸੀ। ਸਿੱਖਾਂ ਨੇ ਉਸ ਦਿੱਲੀ ਦੇ ਤਖਤ ਨੂੰ, ਇਹ ਕਿਹਾ ਜਾਂਦਾ ਜੀ ਕਿ ਛੱਡ ਦਿੱਤਾ ਸੀਗਾ, ਤੇ ਇਹ ਉਹਨਾਂ ਦੀ ਬੜੀ ਗਲਤੀ ਸੀ ਜੀ। ਮੈਂ ਜੀ ਜਦੋਂ ਫਿਰ ਉਹੀ ਗੱਲ ਆ ਜਾਂਦੀ ਕਿ ਆਪਣੀ ਮੱਤ ਹੁੰਦੀ ਹੈ। ਮੇਰੀ ਜਿਹੜੀ ਛੋਟੀ ਮੱਤ ਹੈ ਜੀ, ਮੈਂ ਇਹ ਸਮਝਦਾ ਕਿ ਸਿੱਖਾਂ ਨੇ ਰਾਜ ਨੂੰ ਲੱਤ ਨਹੀਂ ਮਾਰੀ ਸੀ, ਸਿੱਖਾਂ ਨੇ ਦਿੱਲੀ ਦੇ ਤਖਤ ਨੂੰ ਲੱਤ ਨਹੀਂ ਮਾਰੀ ਸੀ, ਬਲਕਿ ਉਹ ਤਖਤ ਜਿਹੜਾ ਹੈ, ਤਖਤ ਤਾਊਸ ਜਿਹੜਾ, ਉਹ ਪੱਟ ਕੇ ਹਜੇ ਵੀ ਰਾਮਗੜੀਆ ਬੁੰਗਾ ਅੰਮ੍ਰਿਤਸਰ ਦਰਬਾਰ ਸਾਹਿਬ ਜਦੋਂ ਅਸੀਂ ਦਰਸ਼ਨਾਂ ਵਾਸਤੇ ਜਾਈਏ, ਉਹ ਤਖਤ ਦੀ ਜਿਹੜੀ ਸਿੱਲ ਹੈ ਸਾਨੂੰ ਉੱਥੇ ਪਈ ਮਿਲ ਜਾਏਗੀ ਜੀ। ਜੱਸਾ ਸਿੰਘ ਰਾਮਗੜੀਆ ਨੇ ਜਿਹੜੇ ਉਹ ਤਖਤ ਪੱਟ ਕੇ ਲੈ ਆਉਂਦੇ ਨੇ, ਉਹ ਤਖਤ ਪੱਟ ਕੇ ਇਸ ਕਰਕੇ ਲਿਆਉਂਦੇ ਨੇ ਕਿ ਇਸ ਤਖਤ ਤੇ ਬਹਿ ਕੇ ਕਦੀ ਫਰੁਖਸ਼ੀਅਰ ਨੇ ਜਿਹੜੇ ਨੇ ਉਹ ਬੰਦਾ ਸਿੰਘ ਬਹਾਦਰ ਦੇ ਖਿਲਾਫ ਫਤਵੇ ਜਾਰੀ ਕੀਤੇ, ਸਿੱਖ ਕੌਮ ਦੇ ਖਿਲਾਫ ਫਤਵੇ ਜਾਰੀ ਕੀਤੇ। ਇਸੇ ਤਖਤ ਤੇ ਹੋਰ ਬੜੇ ਜਿਹੜੇ ਉਹ ਬਹਿ ਕੇ ਤੇ ਉਹਨਾਂ ਨੇ ਬੜੇ ਜ਼ੁਲਮ ਕਮਾਏ ਨੇ। ਸੋ ਇਸ ਤਖਤ ਤੇ ਕੋਈ ਵੀ ਸਿੱਖ ਕਾਬਜ ਨਹੀਂ ਹੋ ਸਕਦਾ। ਜਦੋਂ ਕੌਮ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਅਸੀਂ ਇਸ ਤਖਤ ਤੇ ਕਿਹਨੂੰ ਬਿਠਾਈਏ, ਸੋ ਇਹ ਕਿਹਾ ਜਾਂਦਾ ਕਿ ਸੁਲਤਾਨ ਉਲ ਕੌਮ ਉਸ ਸਮੇਂ ਜੱਸਾ ਸਿੰਘ ਆਹਲੂਵਾਲੀਆ ਸੀ। ਸੋ ਇਹ ਕਿਹਾ ਜਾਂਦਾ ਕਿ ਜੇ ਜੱਸਾ ਸਿੰਘ ਆਹਲੂਵਾਲੀਆ ਤੱਕ ਗੱਲ ਆਉਂਦੀ ਹੈ ਕਿ ਤੁਸੀਂ ਬਹਿ ਜਾਓ ਜੀ, ਤੇ ਉਹ ਕਹਿੰਦੇ ਨੇ, ਤੇ ਜੱਸਾ ਸਿੰਘ ਰਾਮਗੜੀਆ ਇਸ ਚੀਜ਼ ਦੀ ਹਾਮੀ ਭਰਦੇ ਨੇ ਕਿ ਨਹੀਂ, ਇੱਥੇ ਕੋਈ ਇਨਸਾਨ, ਕੋਈ ਸਿੰਘ, ਕੋਈ ਬੰਦਾ ਮਾਤਰ ਨਹੀਂ ਬਹਿ ਸਕਦਾ, ਕਿਉਂਕਿ ਸਾਡੇ ਜਿਹੜੇ ਇਸ਼ਟ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਤੱਕ ਸਾਡੇ ਇਸ਼ਟ ਨੇ ਤੇ ਉਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹਿਣਗੇ, ਤੇ ਅਸੀਂ ਆਪ ਕਿਸੇ ਤਖਤ ਤੇ ਕਾਬਜ ਨਹੀਂ ਹੋ ਸਕਦੇ। ਜਦੋਂ ਤੱਕ ਅਸੀਂ ਇਹ ਚੀਜ਼ ਜ਼ਿਹਨ 'ਚ ਰੱਖਦੇ ਨਾ, ਫਿਰ ਅਸੀਂ 1733 ਦੀ ਗੱਲ ਕਰੀਏ ਜਦੋਂ ਸਾਨੂੰ ਨਵਾਬੀ ਦੀ ਪੇਸ਼ਕਸ਼ ਆਉਂਦੀ ਹੈ। ਨਵਾਬੀ ਦੀ ਪੇਸ਼ਕਸ਼ ਜਦੋਂ ਜੀ ਸਾਨੂੰ ਆਉਂਦੀ ਹੈ, ਅਸੀਂ ਇਸ ਚੀਜ਼ ਨੂੰ ਧਿਆਨ 'ਚ ਦੇਖੀਏ ਕਿ ਉਹ ਨਵਾਬੀ, ਅਸੀਂ ਕਹਿੰਦੇ ਆ ਨਾ ਕਿ ਜੀ ਸਿੱਖਾਂ ਨੇ ਤਾਂ ਨਵਾਬੀਆਂ ਨੂੰ ਠੋਕਰ ਮਾਰੀ ਹੈ, ਉਹ ਸੱਚੀ ਮੁੱਚੀ ਮਾਰੀ ਹੈ ਜੀ। ਉਹ ਨਵਾਬੀ ਦੀ ਖਿਲਤ ਜਿਹੜੀ ਹੈ ਉਹ ਸਿੱਖਾਂ ਦੇ ਜਰਨੈਲਾਂ ਦੇ ਕਦਮਾਂ 'ਚ ਪਈ ਰਹੀ, ਤੇ ਉਹਨਾਂ ਸਾਰਿਆਂ ਨੇ ਉਹ ਠੋਕਰ ਮਾਰ ਕੇ ਅੱਗੇ ਕਰ ਦਿੱਤੀ। ਤੇ ਫਿਰ ਗੁਰੂ ਪਾਤਸ਼ਾਹ ਜੀ ਕੋਲ ਹੁਕਮਨਾਮਾ ਸਾਹਿਬ ਲਿਆ ਜੀ, ਦੱਸੋ ਗੁਰੂ ਪਾਤਸ਼ਾਹ ਜੀ ਆਪ ਜੀ ਕੀ ਕਹਿੰਦੇ ਹੋ, ਕੀ ਕਰੀਏ। ਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਹੁਕਮਨਾਮਾ ਸਾਨੂੰ ਬਖਸ਼ ਕੀਤਾ, ਤੇ ਪਹਿਲ ਮਹਿਲ ਤਾਕੂ ਮਿਲੇ ਜਾ ਕੇ ਸਾਧ ਕਿਰਪਾਲ, ਫਿਰ ਉਹਨਾਂ ਨੇ ਜਦੋਂ ਨਜ਼ਰ ਘੁਮਾ ਕੇ ਦੇਖਿਆ ਕਿ ਕੌਣ ਹੈ ਜਿਹੜਾ ਸੇਵਾ ਕਰ ਰਿਹਾ ਹੈ, ਤੇ ਉਹਨਾਂ ਦੀ ਨਜ਼ਰ ਜਿਹੜੀ ਹੈ ਉਹ ਜੰਗ ਚੋਂ ਹੁਣੇ ਆਏ, ਉਹਨਾਂ ਦੇ ਮੱਥੇ ਤੇ ਫੱਟ ਹੈ, ਹੱਥ ਤੇ ਫੱਟ ਹੈ, ਪੱਟੀ ਬੰਨੀ ਹੋਈ ਹੈ, ਕਪੂਰ ਸਿੰਘ ਜੀ, ਉਹਨਾਂ ਦੀ ਨਜ਼ਰ ਉਹਦੇ ਤੇ ਪਈ, ਤੇ ਉਹਨਾਂ ਨੇ ਕਿਹਾ ਕਿ ਇਹੀ ਨਵਾਬ ਹੋਣਗੇ ਜੀ। ਤੇ ਉਹਨਾਂ ਨੇ ਕਿਹਾ ਠੀਕ ਹੈ, ਆਪ ਜੀ ਦਾ ਹੁਕਮ ਜਿਹੜਾ ਹੈ ਖਾਲਸੇ ਦਾ ਉਹ ਸਿਰ ਮੱਥੇ, ਲੇਕਿਨ ਮੇਰੀਆਂ ਵੀ ਕੁਝ ਸ਼ਰਤਾਂ ਨੇ। ਉਹ ਜਿਹੜੀਆਂ ਸ਼ਰਤਾਂ ਨੇ ਨਾ, ਉਹ ਅੱਜ ਦੇ ਜਿਹੜੀ ਸਿੱਖ ਲੀਡਰਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਨਾ, ਜੇ ਕਿਤੇ ਉਹ ਅਪਣਾ ਲਵੇ ਤੇ ਆਪਾਂ ਜੀ ਸਾਡਾ ਰਾਹ ਜਿਹੜਾ ਨਾ, ਉਹ ਪੈਂਡਾ ਜਿਹੜਾ ਨਾ, ਉਹ ਵਾਪਸ ਤੋਂ ਅਸੀਂ ਉਹ ਪੁਰਾਤਨ ਸਿੰਘਾਂ ਵਾਲਾ ਇਖਤਿਆਰ ਕਰ ਸਕਦੇ ਹਾਂ, ਤੇ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਕਿ ਸਿੱਖ ਕੌਣ ਹੁੰਦੇ ਨੇ। ਉਹਨਾਂ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਸੀ ਨਾ, ਉਹਨਾਂ ਵਿੱਚ ਜਿਹੜੀ ਸਭ ਤੋਂ ਪਹਿਲੀ ਸ਼ਰਤ ਸੀਗੀ ਉਹ ਸੀਗੀ ਕਿ ਮੈਂ ਕਦੀ ਵੀ ਸਰਕਾਰੇ ਦਰਬਾਰੇ ਨਤਮਸਤਕ ਨਹੀਂ ਹੋਊਂਗਾ, ਮੈਂ ਸਿਰਫ ਤੇ ਸਿਰਫ ਜਵਾਬਦੇਹ ਹੋਊਂਗਾ ਖਾਲਸੇ ਨੂੰ। ਮੈਨੂੰ ਜਿਹੜੀ ਇਹ ਨਵਾਬੀ ਹੈ ਉਹ ਮੈਨੂੰ ਖਾਲਸੇ ਨੇ ਬਖਸ਼ ਕੀਤੀ ਹੈ, ਮੈਨੂੰ ਕਿਸੇ ਅਹਿਮਦ ਸ਼ਾਹ ਨੇ ਜਾਂ ਕਿਸੇ ਹੋਰ ਨੇ ਮੈਨੂੰ ਬਖਸ਼ ਨਹੀਂ ਕੀਤੀ। ਦੂਜੀ ਉਹਨਾਂ ਦੀ ਸੀਗੀ ਕਿ ਮੈਂ ਕਦੀ ਵੀ ਜਿਹੜਾ ਉਹ ਕਿਸੇ ਤਖਤ ਤੇ ਨਹੀਂ ਬੈਠੂੰਗਾ, ਜਾਂ ਕੋਈ ਤਖਤ ਨਹੀਂ ਲਾ ਕੇ ਬੈਠੂੰਗਾ ਤੇ ਆਪਣੇ ਸਿਰ ਤੇ ਕਲਗੀ ਨਹੀਂ ਲਗਾਉਂਗਾ। ਤੀਜੀ ਸ਼ਰਤ ਸੀ ਕਿ ਜਿਹੜੀ ਤੁਸੀਂ ਮੇਰੇ ਕੋਲ ਇਹ ਸੇਵਾ ਨਾ, ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਜਿਹੜੀ ਉਸ ਸਮੇਂ ਵੀ ਉਹ ਕਰ ਰਹੇ ਸਨ, ਇਹ ਸਿੱਖ ਕੌਮ ਮੇਰੇ ਕੋਲੋਂ ਨਹੀਂ ਲਏਗੀ। ਤੇ ਜੇ ਤੁਹਾਨੂੰ ਇਹ ਸ਼ਰਤਾਂ ਮਨਜ਼ੂਰ ਨੇ ਤਾਂ ਆਪ ਜੀ ਦਾ ਹੁਕਮ ਜਿਹੜਾ ਉਹ ਸਿਰ ਮੱਥੇ। ਉਸ ਤੋਂ ਬਾਅਦ ਜਿਹੜੇ ਕਪੂਰ ਸਿੰਘ ਜੀ ਨੇ, ਉਹ ਨਵਾਬ ਕਪੂਰ ਸਿੰਘ ਅਖਵਾਏ 1733 ਤੋਂ ਲੈ ਕੇ 1735 ਤੱਕ ਜਿਹੜਾ ਉਹ
ਖੈਰ ਆਪਣਾ ਇੱਕ ਸਟੇਟ ਦੇ ਨਾਲ ਜਿਹੜਾ ਹੈ ਉਹ ਮਿਲਵਰਤਨ ਦਾ ਮਾਹੌਲ ਬਣਿਆ ਰਿਹਾ, ਲੇਕਿਨ ਉਸ ਤੋਂ ਬਾਅਦ ਵੀ ਜਿਹੜਾ 1735 ਤੋਂ ਬਾਅਦ ਫਿਰ ਜੰਗਾਂ ਸ਼ੁਰੂ ਹੋ ਗਈਆਂ ਤੇ ਨਵਾਬ ਕਪੂਰ ਸਿੰਘ ਜੀ ਦਾ ਉਮਰ ਨਵਾਬ ਹੀ ਅਖਵਾਏ ਨੇ, ਕਿਉਂਕਿ ਨਵਾਬੀ ਉਹਨਾਂ ਨੂੰ ਸਿੱਖ ਕੌਮ ਨੇ ਬਖਸ਼ੀ ਸੀ। ਉਹ ਜਿਹੜੇ ਉਹਨਾਂ ਨੇ ਆਪਾਂ ਕਹੀਏ ਕਿ ਜਿਹੜੇ ਸ਼ਰਤਾਂ ਰੱਖੀਆਂ ਸੀਗੀਆਂ, ਕੀ ਅੱਜ ਦੀ ਸਿੱਖ ਲੀਡਰਸ਼ਿਪ ਇਹ ਸ਼ਰਤਾਂ ਰੱਖਦੀ ਹੈ? ਕੀ ਅੱਜ ਦੀ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਕੁਰਸੀ ਤੋਂ ਮਤਲਬ ਅਸੀਂ ਕਹਿੰਦੇ ਨਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਸਾਨੂੰ ਰਾਜ ਦੀ ਲਾਲਸਾ ਨਹੀਂ ਹੋਣੀ ਚਾਹੀਦੀ, ਇੱਛਾ ਨਹੀਂ ਹੋਣੀ ਚਾਹੀਦੀ। ਹਾਂ, ਰਾਜ ਸਾਡੀ ਮਜਬੂਰੀ ਹੈ, ਰਾਜ ਬਿਨਾਂ ਸਾਡਾ ਸਰੇਗਾ ਨਹੀਂ। ਕਿਉਂ ਰਾਜ ਬਿਨਾਂ ਕਿਉਂ ਨਹੀਂ ਚਲੇਗਾ? ਰਾਜ ਬਿਨਾਂ ਨਹਿ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸਾਡਾ ਸਰਦਾ ਨਹੀਂ ਹੈ, ਉਹ ਸਾਡੀ ਇੱਕ ਇਖਲਾਕੀ ਤੌਰ ਤੇ ਜਿਹੜੀ ਹੈ ਜ਼ਿੰਮੇਵਾਰੀ ਵੀ ਹੈ ਤੇ ਅਸੀਂ ਉਹਦੇ ਵੱਲ ਤੁਰਨਾ ਵੀ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਕੋਈ ਕੁਰਸੀ ਦੀ ਲਾਲਸਾ ਹੈ ਜਾਂ ਅਸੀਂ ਕੁਰਸੀ, ਅੱਜ ਤਾਂ ਜੀ ਕੁਰਸੀਆਂ ਪਿੱਛੇ ਲੜਾਈਆਂ ਹੁੰਦੀਆਂ। ਬਿਲਕੁਲ ਜੀ। ਸੋ ਇਹੀ ਫਰਕ ਹੈ ਜੀ ਅੱਜ ਦੀ ਸੋ ਕਾਲਡ ਲੀਡਰਸ਼ਿਪ ਦੇ ਵਿੱਚ। ਪਹਿਲੀ ਗੱਲ ਤਾਂ ਮੈਂ ਫਿਰ ਆਪਣੇ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਡਾ ਲੀਡਰ, ਸਾਡਾ ਜਿਹੜਾ ਸਾਡੇ ਸਨਮੁਖ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਨਾ, ਅਸੀਂ ਕਿਸੇ ਹੋਰ ਲੀਡਰ ਵੱਲ ਨਾ ਦੇਖੀਏ, ਸਾਡੇ ਲੀਡਰ ਉਹੀ ਨੇ, ਹੋਰ ਕੋਈ ਨਹੀਂ ਹੈ। ਬਿਲਕੁਲ ਜੀ, ਕਿਉਂਕਿ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈ ਸਿੱਖਾਂ ਦੀ, ਸਿੱਖ ਨੌਜਵਾਨ ਪੀੜ੍ਹੀ ਵੀ ਕੁਰਾਹੇ ਪੈ ਚੁੱਕੀ ਹੈ, ਨਸ਼ਿਆਂ ਦੇ ਵੱਲ ਜਾ ਰਹੀ ਹੈ। ਕਿਤੇ ਨਾ ਕਿਤੇ ਸਿੱਖ ਵੀ ਜੋ ਗੁਰੂ ਬਾਣੀ ਦੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸ਼ਬਦ ਗੁਰੂ ਦੀ, ਉਹ ਤੋਂ ਵੱਖਰੇ ਹੋ ਚੁੱਕੇ ਨੇ ਜੀ। ਉਹਦੇ ਨੂੰ ਭਾਵੇਂ ਉਹਦਾ ਸਤਿਕਾਰ ਕਰਦੇ ਨੇ, ਉਹਨੂੰ ਮੱਥਾ ਟੇਕਦੇ ਨੇ ਗੁਰਦੁਆਰਾ ਸਾਹਿਬ ਜਾ ਕੇ, ਪਰ ਉਹਦੀ ਵਿਚਾਰਧਾਰਾ ਨਹੀਂ ਮੰਨ ਰਹੇ। ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਵੀ ਇਸ ਦਾ ਨੁਕਸਾਨ ਹੋ ਰਿਹਾ ਜੀ। ਬਿਲਕੁਲ ਹੋ ਰਿਹਾ ਜੀ। ਇਹਦੇ ਤੋਂ ਆਪ ਜੀ ਨੇ ਜਿਹੜੀ ਗੱਲ ਨਸ਼ਿਆਂ ਦੀ ਗੱਲ ਕੀਤੀ ਨਾ, ਮੈਨੂੰ ਇੱਕ ਗੱਲ ਚੇਤੇ ਆਈ ਹੈ ਜੋ ਕਿ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਆਪਣੇ ਤੋਂ ਇਲਾਵਾ ਹੋਰ ਬੜੀਆਂ ਕੌਮਾਂ ਹੋਈਆਂ ਜਿਨ੍ਹਾਂ ਨੂੰ ਨਸ਼ਿਆਂ ਦੇ ਵੱਲ ਲਗਾ ਦਿੱਤਾ ਗਿਆ। ਮੈਂ ਕੈਨੇਡਾ ਦੀ ਗੱਲ ਕਰਾਂ, ਮੈਂ ਕੈਨੇਡਾ ਦੇ ਵਿੱਚ ਰਹਿਣਾ, ਸੋ ਕੈਨੇਡਾ ਦਾ ਇਤਿਹਾਸ ਜਿਹੜਾ ਹੈ ਥੋੜਾ ਬਹੁਤਾ ਮੈਂ ਪੜ੍ਹਿਆ, ਜਿੰਨਾ ਸਿੱਖ ਇਤਿਹਾਸ ਪੜ੍ਹਿਆ ਉਹਨਾਂ ਨਹੀਂ ਪੜ੍ਹਿਆ। ਪਰ ਖੈਰ ਇੱਥੇ ਦੇ ਜਿਹੜੇ ਐਬੋਰੀਜਨਲਸ ਹੋਏ ਨੇ ਨਾ, ਜਿਹੜੇ ਇੰਡੀਜੀਨਸ ਪੀਪਲ ਕੈਨੇਡਾ ਦੇ, ਜਿਹੜੇ ਇੱਥੇ ਦੇ ਮੂਲ ਨਿਵਾਸੀ ਜਿਹਨਾਂ ਨੂੰ ਆਪਾਂ ਕਹਿ ਲਈਏ ਉਹ ਹੋਏ ਨੇ ਨਾ, ਉਹਨਾਂ ਨੂੰ ਵੀ ਨਸ਼ੇ ਫ੍ਰੀ ਦੇ ਵਿੱਚ ਦਿੱਤੇ ਗਏ ਨੇ ਜੀ। ਨਿਊਜ਼ੀਲੈਂਡ ਦੇ ਵਿੱਚ ਮਾਓਰੀਜ਼ ਹੋਏ ਨੇ ਜਿਹੜੇ ਉੱਥੇ ਦੇ ਮੂਲ ਨਿਵਾਸੀ ਆ, ਉਹਨਾਂ ਨੂੰ ਵੀ ਨਸ਼ੇ ਫ੍ਰੀ 'ਚ ਦਿੱਤੇ ਗਏ ਨੇ। ਆਸਟ੍ਰੇਲੀਆ ਦੇ ਵਿੱਚ ਏਦਾਂ ਹੀ ਮੂਲ ਨਿਵਾਸੀ ਆ, ਉਹਨਾਂ ਨੂੰ ਵੀ ਨਸ਼ੇ ਜਿਹੜੇ ਨੇ ਦਿੱਤੇ ਗਏ ਨੇ। ਸੋ ਪੰਜਾਬ ਦੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਨੂੰ ਵੀ ਨਸ਼ੇ ਦਿੱਤੇ ਗਏ ਨੇ। ਇਹਨਾਂ ਚੋਂ ਇੱਕ ਚੀਜ਼ ਤਾਂ ਜ਼ਾਹਰ ਹੋ ਜਾਂਦੀ ਹੈ ਕਿ ਨਸ਼ੇ ਦੇ ਕੇ ਇੱਕ ਕੌਮ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਨਸ਼ਿਆਂ 'ਚ ਲੱਗੇ ਰਹੋ ਤੇ ਜਿਹੜਾ ਤੁਸੀਂ ਸਵਾਲ ਨਾ ਕਰੋ, ਜਾਂ ਤੁਸੀਂ ਕਿਸੇ ਚੀਜ਼ ਦੀ ਮੰਗ ਨਾ ਰੱਖੋ, ਜਾਂ ਤੁਸੀਂ ਇਹ ਸਿਰ ਨਾ ਚੁੱਕੋ, ਜਾਂ ਇਹ ਪਛਾਣੋ ਨਾ ਕਿ ਤੁਸੀਂ ਕੌਣ ਹੁੰਦੇ ਹੋ, ਕਿ ਤੁਹਾਡਾ ਜਿਹੜੀ ਹੋਂਦ ਹੈ, ਤੁਹਾਡਾ ਅਸਤਿਤਵ, ਤੁਹਾਡਾ ਜਿਹੜਾ ਇੱਕ ਮੂਲ ਹੈ ਉਹ ਹੈ ਕੀ ਹੈ। ਸਾਨੂੰ ਇਸ ਚੀਜ਼ ਤੋਂ ਪਰੇ ਕੀਤਾ ਜਾ ਰਿਹਾ, ਤਾਂ ਸਾਨੂੰ ਨਸ਼ਿਆਂ ਦੇ ਨੇੜੇ ਕੀਤਾ ਜਾ ਰਿਹਾ। ਜਦੋਂ ਕਿਸੇ ਵੀ ਸਰਕਾਰ ਨੇ ਜਿਹੜਾ ਹੈ ਉਹ ਕਿਸੇ ਨੂੰ ਦਬਾਉਣਾ ਹੁੰਦਾ ਹੈ, ਉੱਥੇ ਦੀ ਜਿਹੜੀ ਭਾਸ਼ਾ ਹੈ, ਉੱਥੇ ਦਾ ਜਿਹੜਾ ਕਲਚਰ ਹੈ, ਉੱਥੇ ਦਾ ਜਿਹੜਾ ਇੱਕ ਮੂਲ ਤੌਰ ਤੇ ਜਿਹੜੇ ਉਹਨਾਂ ਲੋਕਾਂ ਦੀ ਹੋਂਦ ਹੁੰਦੀ ਹੈ ਨਾ, ਉਹਨੂੰ ਮਿਟਾਇਆ ਜਾਂਦਾ ਜੀ। ਸੋ ਸਿੱਖਾਂ ਦੇ ਵਿੱਚ ਕੀ ਕਲਚਰ ਇਹ ਸਾਰੀ ਦੁਨੀਆ ਜਾਣਦੀ ਹੈ। ਸਿੱਖਾਂ ਦਾ ਜਿਹੜੀ ਹੋਂਦ ਹੈ ਉਹ ਸਾਰੀ ਦੁਨੀਆ ਜਾਣਦੀ ਹੈ। ਉਹਨੂੰ ਮਿਟਾਉਣ ਦੇ ਲਈ ਨਸ਼ਿਆਂ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਆਸਰਾ ਲਿਆ ਜਾ ਰਿਹਾ, ਜੋ ਕਿ ਕੋਈ ਨਵੀਂ ਗੱਲ ਨਹੀਂ ਹੈ। ਇਹ ਬਹੁਤ ਵਾਰ ਇਤਿਹਾਸ ਦੇ ਵਿੱਚ ਜੇ ਅਸੀਂ ਝਾਤੀ ਮਾਰੀਏ ਤਾਂ ਪਹਿਲਾਂ ਵੀ ਹੋ ਚੁੱਕਾ ਹੈ। ਇਹਦਾ ਹੱਲ ਕੀ ਹੈ ਜੀ? ਇਹਦਾ ਹੱਲ ਤਾਂ ਇਹ ਫਿਰ ਗੱਲ ਉੱਥੇ ਆਉਂਦੀ ਕਿ ਅਸੀਂ ਜਦੋਂ ਤੱਕ ਅਸੀਂ ਆਪਣੇ ਇਸ਼ਟ ਨੂੰ, ਅਸੀਂ ਜਦੋਂ ਬਾਬਿਆਂ ਨੂੰ, ਡੇਰਿਆਂ ਨੂੰ ਮੰਨਦੇ ਹਾਂ, ਉਹ ਬਾਬੇ ਵੀ ਇਦਾਂ ਦੇ ਤੁਸੀਂ ਦੇਖੀਆਂ ਹੋਣੀਆਂ ਜਿਹੜੇ ਹੱਥ ਦੇ ਵਿੱਚ ਉਹ ਇੰਨੀਆਂ ਸਿਗਰਟਾਂ ਫੜ ਕੇ, ਤੇ ਜੇ ਅਸੀਂ ਜਿਹੜੇ ਅੱਜ ਕੱਲ ਦੇ ਸੋ ਕਾਲਡ ਨੌਜਵਾਨੀ ਹੈ ਜਿਹੜੀ ਉਹਨਾਂ ਨੂੰ ਆਪਣਾ ਇਸ਼ਟ ਮੰਨ ਲੈਂਦੀ ਹੈ, ਗੁਰੂ ਮੰਨ ਲੈਂਦੀ ਹੈ, ਤੇ ਫਿਰ ਉਹ ਜਿੱਦਾਂ ਦਾ ਗੁਰੂ ਹੋਏਗਾ ਤੇ ਉਦਾਂ ਦੇ ਤੇ ਉਹ ਆਪ ਹੋਣਗੇ। ਬਿਲਕੁਲ, ਬਾਬਿਆਂ ਦੇ ਵੱਡੇ ਇਲਜ਼ਾਮ ਹੁੰਦੇ ਨੇ, ਬਲਾਤਕਾਰ ਦੇ ਹੋ ਗਏ, ਹੋਰ ਨਸ਼ਿਆਂ ਦੇ ਹੋ ਗਏ, ਕਾਫੀ ਵਿਵਾਦ ਚੱਲ ਰਹੇ ਨੇ ਬਾਬਿਆਂ ਦੇ, ਫਿਰ ਵੀ ਲੋਕ ਉਹਨਾਂ ਨੂੰ ਆਪਣੇ ਗੁਰੂ ਮੰਨਦੇ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਹੈ ਨਾ। ਇਹਦਾ ਮਤਲਬ ਇਹੀ ਹੈ ਕਿ ਅਸੀਂ ਜਿਹੜਾ ਸੌਖਾ ਰਾਹ ਜਿਹੜਾ ਲੱਭਣਾ ਚਾਹੁੰਦੇ ਆ, ਅਸੀਂ ਅੰਮ੍ਰਿਤ ਨਹੀਂ ਛਕਣਾ ਚਾਹੁੰਦੇ, ਅਸੀਂ ਜਿਹੜਾ ਉਹ ਨਿਤਨੇਮ ਨਹੀਂ ਕਰਨਾ ਚਾਹੁੰਦੇ, ਅਸੀਂ ਇਤਿਹਾਸ ਨਹੀਂ ਪੜ੍ਹਨਾ ਚਾਹੁੰਦੇ। ਸਾਡੀ ਜਿਹੜੀ ਪੰਜਾਬੀ ਹੈ, ਕਿਤੇ ਮੇਰੀ ਰਿਸਰਚ ਦੇ ਮੁਤਾਬਕ ਉਹ 5500 ਸਾਲ ਪੁਰਾਣੀ ਹੈ। ਉਹਦੇ ਬਾਰੇ ਫਿਰ ਕਿਤੇ ਵਿਸਤਾਰ 'ਚ ਗੱਲ ਕਰਾਂਗੇ। ਜੇ ਅਸੀਂ ਉਹ ਨਹੀਂ ਪੜ੍ਹਨਾ ਚਾਹੁੰਦੇ, ਸਾਨੂੰ ਜੀ ਅੰਗਰੇਜ਼ਾਂ ਨੇ ਨਾ 1809 ਦੇ ਵਿੱਚ ਜਦੋਂ ਚਾਰਲਸ ਮੈਟਕਾਫ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਉਂਦਾ ਤੇ ਬੜੀ ਜੱਦੋਜਹਿਦ ਕਰਦਾ ਕਿ ਮੈਂ ਮਿਲਣਾ ਹੈ, ਤੇ ਉਹਨੂੰ ਦੋ ਗੱਲਾਂ ਪਤਾ ਲੱਗਦੀਆਂ ਕਿ ਇਹ ਦੋ ਗੱਲਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਪਣੇ ਰਾਜ ਵਿੱਚ ਕਰ ਰਿਹਾ। ਪਹਿਲੀ ਗੱਲ, ਉਹਨੇ ਪਹਿਲਾਂ ਜਿਹੜੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਨਾ, ਉਹਨੇ ਨੋਟ ਕੀਤਾ ਕਿ ਪੰਜਾਬ ਦੇ ਵਿੱਚ ਇਦਾਂ ਦਾ ਕੀ ਹੋ ਰਿਹਾ ਜਿਹੜਾ ਕਿ ਕਿਤੇ ਹੋਰ ਨਹੀਂ ਹੋ ਰਿਹਾ, ਇਹ ਕਿਉਂ ਇਦਾਂ ਮਤਲਬ ਰਾਜ ਦੇ ਵੱਲ ਵੱਧਦੇ ਜਾ ਰਹੇ ਨੇ। ਇੰਨੀ ਛੋਟੀ ਜੀ ਇਹ ਕੌਮ ਹੈ ਤੇ ਕਿੱਦਾਂ ਇਹ ਰਾਜ ਕਰ ਪਾ ਰਹੇ ਨੇ। ਉਹਨੇ ਦੇਖਿਆ ਕਿ ਪਿੰਡਾਂ ਤੇ ਸ਼ਹਿਰਾਂ ਨਗਰਾਂ ਦੇ ਵਿੱਚ ਘੜੀਆਂ ਨੇ, ਜਿਹੜੀਆਂ ਸੂਰਜੀ ਘੜੀਆਂ ਹੁੰਦੀਆਂ ਨੇ। ਲਹਿਣਾ ਸਿੰਘ ਇੰਜੀਨੀਅਰ, ਆਪਾਂ ਨੂੰ ਲਹਿਣਾ ਸਿੰਘ ਜਿਹੜੇ ਆਪਣੇ ਇਤਿਹਾਸ ਦੇ ਵਿੱਚ ਹੋਏ ਨੇ ਨਾ, ਜਿਨ੍ਹਾਂ ਦੀ ਤੁਸੀਂ ਜੇ ਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਸੀਂ ਜਦੋਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਅੰਦਰ ਜਾਂਦੇ ਹੋ ਤਾਂ ਖੱਬੇ ਹੱਥ ਇੱਕ ਘੜੀ ਆਉਂਦੀ ਹੈ, ਸੂਰਜੀ ਘੜੀ।
ਉਹ ਉਹਨਾਂ ਦੀ ਇਜਾਦ ਕੀਤੀ ਹੋਈ ਹੈ। ਸੋ ਉਹਨਾਂ ਨੇ ਜਦੋਂ ਇਹ ਦੇਖਿਆ, ਜਿਹੜਾ ਚਾਰਲਸ ਮੈਟਕਾਫ ਹੈ, ਉਹਨੇ ਜਦੋਂ ਇਹ ਦੇਖਿਆ ਕਿ ਇਹ ਪਿੰਡਾਂ ਨਗਰਾਂ ਦੇ ਵਿੱਚ ਘੜੀਆਂ ਲੱਗੀਆਂ ਹੋਈਆਂ, ਇਹ ਟਾਈਮ ਦੇ ਸਮੇਂ ਦੇ ਬਹੁਤ ਪਾਬੰਦ ਨੇ, ਇਹ ਸਮਾਂ ਨਹੀਂ ਖੁਜਾਉਂਦੇ, ਇਹ ਕਿਸੇ ਤਰ੍ਹਾਂ ਮਤਲਬ ਜਿਹੜਾ ਆਪਣੇ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਉਸ ਸਮੇਂ ਇਹ ਨਿਤਨੇਮ ਕਰਦੇ ਨੇ, ਸ਼ਾਮ ਨੂੰ ਇਹ ਨਿਤਨੇਮ ਕਰਦੇ ਨੇ, ਇਹ ਕਦੀ ਖੁਜਾਉਂਦੇ ਨਹੀਂ। ਤੇ ਫਿਰ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ, ਉਹਨੇ ਦੋ ਗੱਲਾਂ ਦੇਖੀਆਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਗੱਲ ਕਰ ਰਿਹਾ ਕਿ ਪੰਜਾਬੀ ਜਿਹੜੀ ਹੈ ਨਾ, ਗੁਰਮੁਖੀ ਹੈ ਜਿਹੜੀ, ਤੇ ਫਾਰਸੀ ਹੈ ਜਿਹੜੀ, ਤੇ ਇਦਾਂ ਦੀਆਂ ਜਿਹੜੀਆਂ ਮਤਲਬ ਆਪਣੀ ਗੁਰਮੁਖੀ ਦੇ ਨਾਲ ਰਿਲੇਟਡ ਜਿਹੜੀ ਵਿਚਾਰਧਾਰਾ ਹੈ ਉਹਨੂੰ ਪ੍ਰਮੋਟ ਕਰਨ ਦੇ ਲਈ ਇੱਕ ਐਜੂਕੇਸ਼ਨ ਸਿਸਟਮ ਜਿਹੜਾ ਉਹਨੇ ਇਜਾਦ ਕੀਤਾ, ਜਿਹੜਾ ਕਿ ਗੁਰਦੁਆਰਿਆਂ ਨਾਲੋਂ ਵੱਖ ਨਹੀਂ ਹੈ। ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਨਾ, ਉਹ ਇਹ ਇਜਾਜ਼ਤ ਨਹੀਂ ਦਿੰਦਾ ਕਿਸੇ ਨੂੰ ਕਿ ਕੋਈ ਗੁਰਦੁਆਰਾ ਜਿਹੜਾ ਉਹ ਨਵਾਂ ਖੁੱਲ ਜਾਵੇ ਜਾਂ ਕੋਈ ਧਰਮਸ਼ਾਲ। ਉਦੋਂ ਆਪਾਂ ਕਹਿੰਦੇ ਹੁੰਦੇ ਸੀ, ਗੁਰਦੁਆਰਾ ਸ਼ਬਦ ਜਿਹੜਾ ਬਾਅਦ ਚੋਂ ਆਇਆ, ਪਹਿਲਾਂ ਉਸ ਸਮੇਂ ਧਰਮਸ਼ਾਲ ਹੁੰਦਾ ਸੀਗਾ। ਕੋਈ ਮੰਦਿਰ, ਕੋਈ ਮਸਜਿਦ ਜਿਹੜੀ ਹੈ ਉਹ ਜਦੋਂ ਖੁੱਲਦੀ ਤਾਂ ਉੱਥੇ ਕਿਹਾ ਜਾਂਦਾ ਸੀਗਾ ਕਿ ਪਹਿਲਾਂ ਇੱਥੇ ਸਕੂਲ ਬਣਾਓ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਧਰਮਸ਼ਾਲਾ, ਉਹਦੇ ਵਿੱਚ ਸਕੂਲ ਹੋਣਾ ਜ਼ਰੂਰੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਨੂੰ ਜੇ ਪੜ੍ਹੀਏ ਤਾਂ ਜਿਹੜੀ ਧਰਮਸ਼ਾਲਾ ਦੀ ਡੈਫੀਨੇਸ਼ਨ ਦੇ ਅੰਡਰ ਸਕੂਲ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਗੱਲ ਤਾਂ ਜੀ ਇਹ। ਦੂਜੀ ਗੱਲ ਜਿਹੜੀ ਸੀਗੀ, ਉਹ ਮਹਾਰਾਜਾ ਰਣਜੀਤ ਸਿੰਘ ਇਹ ਕਰ ਰਿਹਾ ਸੀ ਉਦੋਂ ਕਿ ਜਿਹੜੇ ਪਿੰਡ ਹੈ ਜਾਂ ਜਿਹੜੇ ਛੋਟੇ ਨਗਰ ਨੇ, ਉਹਨਾਂ ਨੂੰ ਇੱਕ ਆਟੋਨੋਮਸ ਬੋਡੀ ਬਣਾਉਣ ਦਾ ਇੱਕ ਜਿਹੜਾ ਉਹ ਜਿਹਦੇ ਵੱਲੋਂ ਵੱਧਦਾ ਜਾ ਰਿਹਾ ਸੀਗਾ। ਉਹ ਕੀ ਸੀ ਜੀ ਕਿ ਸਾਰੇ ਪਿੰਡਾਂ ਨੂੰ ਆਪੋ ਆਪਣੀ ਫੌਜ ਦਿੱਤੀ ਜਾਏਗੀ, ਉਹਨਾਂ ਨੂੰ ਅਸਲਾ ਦਿੱਤਾ ਜਾਏਗਾ। ਉਹ ਜਿਹੜੇ ਨੇ ਕੱਲ ਨੂੰ ਕੁਐਸਚਨ ਕਰ ਸਕਣਗੇ ਮਹਾਰਾਜਾ ਰਣਜੀਤ ਸਿੰਘ ਨੂੰ। ਜੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ ਮੈਂ ਕੁਝ ਗਲਤੀ ਕਰਦਾ ਤਾਂ ਜਿਹੜੇ ਇਹ ਪਿੰਡ ਨੇ ਇਹ ਮੇਰੇ ਤੇ ਵੀ ਕਿੰਤੂ ਕੱਲ ਨੂੰ ਕਰ ਸਕਦੇ ਨੇ, ਜਾਂ ਮੇਰੇ ਦੇ ਵੀ ਇਹ ਬਰਖਲਾਫ ਹੋ ਸਕਦੇ ਨੇ। ਬਿਲਕੁਲ। ਇਹ ਜਿੱਥੇ ਤੱਕ ਮੈਨੂੰ ਲੱਗਦਾ ਅੱਜ ਕੱਲ ਦੀ ਸੋ ਕਾਲਡ ਜਿਹੜੀ ਡੈਮੋਕ੍ਰੇਸੀ ਹੈ, ਜਿਹੜਾ ਕਿ ਇੱਕ ਫਰਾਡ ਹੀ ਹੈ ਮੈਨੂੰ ਤਾਂ ਲੱਗਦਾ, ਆਹ ਓਰੀਜਨਲ ਇੱਕ ਫਾਰਮੂਲਾ ਡੈਮੋਕ੍ਰੇਸੀ ਦਾ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ। ਤੇ ਜੇ ਅਸੀਂ ਇਹਦੇ ਵੱਲ ਨਜ਼ਰ ਮਾਰਦੇ ਹਾਂ ਨਾ, ਤਾਂ ਉਹਨਾਂ ਨੇ, ਗੋਰਿਆਂ ਨੇ ਜ਼ੋਰ ਲਾ ਲਿਆ। ਵਿਲੀਅਮ ਲੇਟਨਰ ਨੂੰ ਉਹਨਾਂ ਨੇ ਫਿਰ ਬੁਲਾਇਆ, ਜਿਹੜਾ ਕਿ ਬਹੁਤ ਵੱਡਾ ਇਤਿਹਾਸਕਾਰ ਹੋਇਆ। ਉਹਨੂੰ ਕਿਹਾ ਕਿ ਤੂੰ ਕਿੰਨਾ ਸਮਾਂ ਲਏਗਾ ਤੇ ਕਿੰਨੇ ਪੈਸੇ ਲਏਗਾ। ਆਹ ਜਿਹੜਾ ਪੰਜਾਬ ਹੈ ਨਾ, ਇਹਨੂੰ ਕਿਸੇ ਤਰ੍ਹਾਂ ਇਹਨਾਂ ਦੀ ਐਜੂਕੇਸ਼ਨ ਖਤਮ ਕਰਨੀ ਹੈ ਜੀ। ਉਹਨੇ ਕਿਹਾ ਕਿ ਜੀ ਮੈਂ ਪਹਿਲਾਂ ਤਾਂ ਦੇਖੂੰਗਾ। ਜਦੋਂ ਉਹਨੇ ਦੇਖਿਆ, ਵਾਚਿਆ, ਤੇ ਉਹ ਕਹਿੰਦਾ 50 ਸਾਲ ਲੱਗਣਗੇ ਮੈਨੂੰ, ਇੰਨੇ ਮੈਂ ਪੈਸੇ ਲਊਂਗਾ। ਉਹ ਕਹਿੰਦੇ ਜੀ ਠੀਕ ਹੈ। ਉਹਨੇ ਫਿਰ 33 ਸਾਲਾਂ 'ਚ ਉਹ ਚੀਜ਼ ਕਰ ਦਿਖਾਈ, ਜਿਹੜੀ ਉਹ 50 ਸਾਲ ਦਾ ਉਹਨੇ ਸਮਾਂ ਮੰਗਿਆ ਸੀਗਾ। ਤੇ ਅੰਗਰੇਜ਼ ਉਸ ਤੋਂ ਬਹੁਤ ਜਿਹੜੇ ਆ। ਅੱਛਾ ਜਦੋਂ ਉੱਥੇ ਆਪਾਂ ਅੰਗਰੇਜ਼ ਦੀ ਗੱਲ ਕਰਦੇ ਹਾਂ ਨਾ ਜੀ, ਇਹ ਈਸਟ ਇੰਡੀਆ ਕੰਪਨੀ ਦੀ ਗੱਲ ਕਰ ਰਹੇ ਹਾਂ। ਇਹ ਕੋਈ ਅੰਗਰੇਜ਼ ਸਰਕਾਰ ਦੀ ਗੱਲ ਨਹੀਂ ਆਪਾਂ ਕਰ ਰਹੇ। ਇੱਥੇ ਲੋਕਾਂ ਦੇ ਵਿੱਚ ਬਹੁਤ ਵੱਡਾ ਭੁਲੇਖਾ ਹੈ। ਈਸਟ ਇੰਡੀਆ ਕੰਪਨੀ ਇੱਕ ਪ੍ਰਾਈਵੇਟ ਕਾਰਪੋਰੇਸ਼ਨ ਸੀ। ਉਹ ਦੁਨੀਆ ਦੀ ਸਭ ਤੋਂ ਪਹਿਲੀ ਪ੍ਰਾਈਵੇਟਲੀ ਹੈਲਡ ਜਿਹੜੀ ਫਿਰ ਪਬਲਿਕ ਕਾਰਪੋਰੇਸ਼ਨ ਬਣੀ ਹੈ, ਜਿਹਦੇ ਵਿੱਚ ਵੱਡੇ ਇਨਵੈਸਟਰ ਆਏ ਆ। ਸਰਕਾਰਾਂ ਨੇ ਵੀ ਉਹਦੇ ਵਿੱਚ ਇਨਵੈਸਟ ਕੀਤਾ। ਦੋ ਈਸਟ ਇੰਡੀਆ ਕੰਪਨੀਆਂ ਹੋਈਆਂ, ਇੱਕ ਜਿਹੜੀ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ ਇੱਕ ਡੱਚ ਈਸਟ ਇੰਡੀਆ ਕੰਪਨੀ। ਇਹ ਦੋਵੇਂ ਹੀ ਪ੍ਰਾਈਵੇਟ ਕਾਰਪੋਰੇਸ਼ਨ ਸੀ, ਇਹਨਾਂ ਦੀਆਂ ਪ੍ਰਾਈਵੇਟ ਆਰਮੀ ਸੀਗੀਆਂ। ਇਹਦੇ ਬਾਰੇ ਵੀ ਫਿਰ ਆਪਾਂ ਕਦੀ ਫਿਰ ਵਿਸਥਾਰ ਨਾਲ ਗੱਲ ਕਰਾਂਗੇ। ਲੇਕਿਨ ਆਪਾਂ ਮੁੱਦੇ ਤੋਂ ਆਉਂਦੇ ਹਾਂ ਵੀ ਉਹਨੇ, ਵਿਲੀਅਮ ਲੇਟਨਰ ਨੇ, ਜਦੋਂ ਉਹਦੀ ਆਪਣੀ ਕਿਤਾਬ ਹੈ ਜੀ, ਉਹਦੇ 'ਚ ਉਹਨੇ ਇਹ ਸਾਰਾ ਵਰਣਨ ਕੀਤਾ। ਉਹ ਕਿਤਾਬ ਦਾ ਨਾਮ ਹੈ ਸ਼ਾਇਦ ਦ ਐਜੂਕੇਸ਼ਨ ਇਨ ਪੰਜਾਬ, ਇੰਡੀਜੀਨਸ ਐਜੂਕੇਸ਼ਨ ਇਨ ਪੰਜਾਬ, ਸਮਝਦੇ ਇਦਾਂ ਕਰਕੇ ਉਹ ਕਿਤਾਬ ਹੈ। ਮੈਂ ਮਾਫੀ ਚਾਹੁੰਦਾ, ਮੈਂ ਉਹਦਾ ਜਿਹੜਾ ਨਾਮ ਹੈ ਭੁੱਲਦਾ ਪਿਆ ਜੀ। ਤੇ ਜਦੋਂ ਮੈਂ ਕਿਤਾਬ ਦੇ ਵਿੱਚ ਲਿਖਿਆ ਕਿ ਉਹਨੇ ਜੀ, ਤੁਹਾਨੂੰ ਅਖੀਰ ਦੇ ਵਿੱਚ ਇਹੀ ਤੁਹਾਨੂੰ ਜਾਣਨਾ ਚਾਹਾਂਗਾ ਕਿ ਨੌਜਵਾਨ ਪੀੜ੍ਹੀ ਨੂੰ ਜੇਕਰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਤਾਂ ਕਿਹੜੀਆਂ ਕਿਤਾਬਾਂ ਨੇ ਮਹੱਤਵਪੂਰਨ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਨੇ? ਉਹ ਕਿਤਾਬਾਂ ਥੋੜ੍ਹੀ ਨੌਜਵਾਨਾਂ ਦੇ ਲਈ ਤੁਸੀਂ ਸੇਧ ਦੇ ਦਿਓ, ਦੱਸੋ ਕਿਹੜੀ ਕਿਤਾਬਾਂ ਨੇ ਜਿਹੜੀਆਂ? ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਕਿਸੇ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੀ ਬਾਣੀਆਂ ਦੀ ਗੱਲ ਕਰੀਏ। ਅਸੀਂ ਆਪਣੇ ਜਪਜੀ ਸਾਹਿਬ ਤੋਂ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਨੇ, ਉਹਨਾਂ ਦਾ ਜਿਹੜਾ ਸ਼ੁਰੂ ਹੁੰਦਾ। ਤੇ ਜੇ ਅਸੀਂ ਇਹਦੇ ਨਾਲ ਜੁੜਨਾ ਹੈ, ਅਸੀਂ ਕਿਸੇ ਵੀ ਕਿਤਾਬ ਦੇ ਨਾਲ, ਅਸੀਂ ਕਿਸੇ ਵੀ ਇਤਿਹਾਸ ਦੇ ਨਾਲ ਜੁੜਨ ਦਾ ਮਕਸਦ ਕੀ ਹੈ? ਅਸੀਂ ਆਪਣੀ ਹੋਂਦ ਦੇ ਨਾਲ ਜੁੜਨਾ ਹੈ। ਬਿਲਕੁਲ। ਆਪਣੀ ਹੋਂਦ ਦੇ ਨਾਲ ਜੁੜਨ ਦਾ ਮਤਲਬ ਇਹ ਹੈ ਕਿ ਅਸੀਂ ਹੈ ਕੌਣ ਆ, ਪਹਿਲਾਂ ਤਾਂ ਇਹ ਪਛਾਣੀਏ ਨਾ। ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਪਹਿਲਾਂ ਇਹ ਮੰਨੀਏ, ਅਸੀਂ ਆਪਣੇ ਮਨ ਦੇ ਵਿੱਚ ਧਾਰੀਏ, ਅਸੀਂ ਆਪਣੀ ਬਾਣੀ ਨਾਲ ਜੁੜੀਏ। ਅਸੀਂ ਜਪਜੀ ਸਾਹਿਬ ਤੋਂ ਸ਼ੁਰੂ ਕਰੀਏ ਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਪੰਜੇ ਬਾਣੀਆਂ ਦੇ ਧਾਰਨੀ ਹੋਈਏ ਤੇ ਪੰਜੇ ਕਕਾਰਾਂ ਦੇ ਧਾਰਨੀ ਹੋਈਏ। ਜਦੋਂ ਅਸੀਂ ਇਹ ਹੋ ਜਾਵਾਂਗੇ ਨਾ, ਫਿਰ ਸਾਡੇ ਸਾਹਮਣੇ ਆਪ ਹੀ ਆ ਜਾਏਗਾ ਕਿ ਕਿਹੜੀਆਂ ਕਿਤਾਬਾਂ ਪੜ੍ਹਨੀਆਂ, ਕਿਹੜੀਆਂ ਨਹੀਂ ਪੜ੍ਹਨੀਆਂ। ਮੈਂ ਆਪ ਜੀ ਨਾਲ ਗੱਲ ਕਰਦਾ, ਭਾਈ ਵੀਰ ਸਿੰਘ ਜੀ ਦੀ, ਇਹ ਮੈਂ ਆਪ ਜੀ ਨਾਲ ਤਾਂ ਗੱਲ ਕੀਤੀ ਹੈ ਕਿਉਂਕਿ ਕਿਤਾਬਾਂ ਦੇ ਵਿੱਚ ਜਿਹੜਾ ਇਤਿਹਾਸ ਹੁੰਦਾ ਨਾ, ਕਈ ਵਾਰੀ ਉਹ ਥੋੜਾ ਬਹੁਤਾ ਉੱਪਰ ਥੱਲੇ ਉਹਨਾਂ 'ਚ ਗੱਲਾਂ ਹੋ ਸਕਦੀਆਂ। ਗੁਰਬਾਣੀ ਜਿਹੜੀ ਹੈ ਉਹ ਇਨ ਬਿਨ ਸਾਡੇ ਸਤਿਗੁਰ ਨੇ, ਉਹ ਇਨ ਬਿਨ ਸਾਡਾ ਇਸ਼ਟ ਹੈ। ਉਹਦੇ ਵਿੱਚ ਕੋਈ ਕਿੰਤੂ ਕੋਈ ਪਰੰਤੂ ਨਹੀਂ ਹੈ। ਸੋ ਜਦੋਂ ਅਸੀਂ ਗੁਰਬਾਣੀ ਨੂੰ ਆਧਾਰ ਮੰਨ ਕੇ, ਇੱਕ ਜਦੋਂ ਹੁੰਦਾ ਨਾ ਕਿ ਗੁਰਬਾਣੀ ਨੂੰ ਅਸੀਂ ਇੱਕ ਪੈਰਾਮੀਟਰ ਲੈ ਕੇ ਜਦੋਂ ਅਸੀਂ ਇਤਿਹਾਸ ਨੂੰ ਵਾਚਾਂਗੇ, ਅਸੀਂ ਕਦੀ ਵੀ ਗਲਤੀ ਨਹੀਂ ਖਾਵਾਂਗੇ। ਚਾਹੇ ਅਸੀਂ ਭਾਈ ਵੀਰ ਸਿੰਘ ਜੀ ਨੂੰ ਪੜ੍ਹੀਏ, ਚਾਹੇ ਅਸੀਂ ਭਾਈ ਗੰਡਾ ਸਿੰਘ ਜੀ ਨੂੰ ਪੜ੍ਹੀਏ, ਜਾਂ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਜਿਹੜਾ ਇਤਿਹਾਸ ਨੂੰ ਲਿਖਿਆ ਹੋਇਆ। ਤੇ ਜੇ ਮੈਂ ਕਿਤਾਬਾਂ ਦੀ ਗੱਲ ਕਰਾਂ ਨਾ,
ਅਸੀਂ ਆਪਣੇ ਪੁਰਾਣੇ ਜਿਹੜੇ ਤੁਸੀਂ ਪਹਿਲਾਂ ਤੀਜੇ ਨੰਬਰ ਤੇ ਸਵਾਲ ਪੁੱਛਿਆ ਸੀ ਨਾ ਲੀਡਰਸ ਬਾਰੇ, ਸਿੱਖ ਲੀਡਰਸ਼ਿਪ ਦੇ ਬਾਰੇ, ਪਹਿਲਾਂ ਸਾਡਾ ਲੀਡਰਸ਼ਿਪ ਗੁਰੂ ਗ੍ਰੰਥ ਸਾਹਿਬ ਜੀ ਨੇ, ਦਸਮ ਬਾਣੀ ਸਾਡਾ ਲੀਡਰਸ਼ਿਪ ਹੈ। ਇਸ ਤੋਂ ਇਲਾਵਾ ਜੇ ਅਸੀਂ ਕਿਤੇ ਦੇਖਦੇ ਹਾਂ ਫਿਰ ਸਾਡਾ ਇਤਿਹਾਸ ਹੈ। ਦੋ ਗੱਲਾਂ ਹੁੰਦੀਆਂ ਜੀ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਦੋਵੇਂ ਦੇ ਦੋਵੇਂ ਖੰਭ ਸਾਨੂੰ ਚਾਹੀਦੇ ਨੇ ਜੇ ਅਸੀਂ ਉਡਾਰੀ ਮਾਰਨੀ ਹੈ ਜੀ। ਤੇ ਦੋ ਖੰਭ ਕਿਹੜੇ ਨੇ? ਇੱਕ ਪਾਸੇ ਬਾਣੀ ਹੈ ਤੇ ਇੱਕ ਪਾਸੇ ਬਾਣਾ ਹੈ ਸਾਡਾ। ਤੇ ਜਿਹੜੀ ਬਾਣੀ ਹੈ ਉਹ ਪਹਿਲਾਂ ਆਉਂਦੀ ਹੈ, ਸੰਤ ਪਹਿਲਾਂ ਆਉਂਦਾ, ਸਿਪਾਹੀ ਬਾਅਦ ਚੋਂ ਆਉਂਦਾ। ਤੇ ਜਦੋਂ ਅਸੀਂ ਬਾਣੀ ਪਹਿਲਾਂ ਧਾਰਾਂਗੇ ਫਿਰ ਅਸੀਂ ਬਾਣਾ ਧਾਰ ਸਕਾਂਗੇ। ਬਾਣੇ ਦੇ ਤਹਿਤ ਬਹੁਤ ਕੁਝ ਆ ਜਾਂਦਾ, ਇਤਿਹਾਸ ਸਾਡਾ ਆ ਜਾਂਦਾ। ਦੋ ਕਿਤਾਬਾਂ ਮੈਂ ਆਪ ਜੀ ਨੂੰ ਦੱਸਦਾ, ਜਿਹੜੀਆਂ ਕਿ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੀ, ਤੇ ਇੱਕ ਉਹਨਾਂ ਦੀ ਹੈਗੀ ਹੈ ਸਿੱਖ ਰਾਜ ਦੇ ਉਸਰੀਏ, ਤੇ ਦੂਜੀ ਜਿਹੜੀ ਕਿਤਾਬ ਹੈ ਜੀ ਉਹ ਦੋ ਪਾਰਟਸ ਹੈ ਉਹਨਾਂ ਦੇ, ਪਾਰਟ 1 ਪਾਰਟ 2। ਉਹ ਹੈਗੀ ਹੈ ਜੀ ਆਪਣੇ ਸੋਹਣ ਸਿੰਘ ਸੀਤਲ ਦੀ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਅਨੇਕਾਂ ਕਿਤਾਬਾਂ ਹੈ ਜੀ ਹੋਰ ਵੀ ਇਦਾਂ ਦੀਆਂ। ਮੈਂ ਆਪ ਜੀ ਨੂੰ ਇਹ ਕਿਤਾਬ ਇਸ ਕਰਕੇ ਦੱਸ ਰਿਹਾ ਕਿਉਂਕਿ ਕਿਸੇ ਹੋਰ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਸਿੱਖ ਇਤਿਹਾਸ ਬਾਰੇ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰੀਏ, ਇੱਥੋਂ ਤੱਕ ਕਿ ਗੁਰੂਆਂ ਦੇ ਇਤਿਹਾਸ ਨੂੰ ਵੀ ਅਸੀਂ ਸ੍ਰੀ ਗੁਰਸੋਭਾ ਪੜ੍ਹੀਏ ਜਾਂ ਅਸੀਂ ਮੈਂ ਉਹਨਾਂ ਦੇ ਬਾਰੇ ਫੇਰ ਕਦੀ ਆਪਾਂ ਗੱਲ ਕਰਾਂਗੇ, ਉਹਨਾਂ ਦੇ ਵਿੱਚ ਵੀ ਬਹੁਤ ਕਹਿ ਸਕਦੇ ਹਾਂ ਕਿ ਜਿਹੜਾ ਉੱਪਰ ਥੱਲੇ ਗੱਲਾਂ ਹੈਗੀਆਂ ਨੇ। ਸੋ ਉਹਦੇ ਵਾਸਤੇ ਆਪਾਂ ਨੂੰ ਬਾਣੀ ਨੂੰ ਆਧਾਰ ਮੰਨਣਾ ਪਏਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਧਾਰ ਮੰਨਣਾ ਪਏਗਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਾਡੇ ਦਸਮ ਗ੍ਰੰਥ ਨੂੰ ਅਸੀਂ ਜਦੋਂ ਆਧਾਰ ਮੰਨ ਲਵਾਂਗੇ ਜੀ ਜੀ ਬਿਲਕੁਲ, ਫਿਰ ਸਾਡੇ ਮਨ ਦੇ ਵਿੱਚ ਇਹ ਆਪੇ ਆ ਜਾਏਗਾ ਕਿ ਕਿਹੜੀ ਕਿਤਾਬ ਅਸੀਂ ਪੜ੍ਹਨੀ ਹੈ ਤੇ ਕਿਹੜੀ ਕਿਤਾਬ ਸਹੀ ਹੈ ਤੇ ਕਿਹੜੀ ਕਿਤਾਬ ਗਲਤ ਹੈ। ਬਿਲਕੁਲ ਜੀ। ਪ੍ਰਸਿੰਘ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪਿਆਰੇ ਦਰਸ਼ਕੋ, ਇਹ ਸਨ ਪ੍ਰਭ ਸਿਮਰ ਜੀ ਜੋ ਕੈਨੇਡਾ ਤੋਂ, ਜਿਨ੍ਹਾਂ ਨੇ ਆਪਣੇ ਵੱਡਮੁੱਲੇ ਵਿਚਾਰ ਤੁਹਾਡੇ ਸਾਹਮਣੇ ਰੱਖੇ। ਤੇ ਅਗਲੇ ਹਫਤੇ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਤੁਹਾਨੂੰ ਜਾਣੂ ਕਰਾਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच। D5 चैनल पंजाबी हुणे सबसक्राइब करो, बैल आइकन पे क्लिक करो।